ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਚੌਥਾ। ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ। ਅੰਤਰ ਪਿਆਸ ਹਰ ਨਾਮ ਕੀ, ਗੁਰ ਤੁਸ ਮਿਲਾਵੇ ਸੋਏ ਰਹਾਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਔਰ ਪ੍ਰੇਮ ਸਹਿਤ ਮਾਨਯੋਗ ਭਾਈ ਸਭ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 40 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਸਤਿਗੁਰੂ ਜੀ ਵੱਲੋਂ ਉਪਦੇਸ਼ ਜੋ ਸਿੱਖਿਆ ਦਿੱਤੀ ਜਾ ਰਹੀ ਹੈ, ਉਹਦੇ ਵਿੱਚ ਮਾਲਕ ਜੀ ਸਾਡੇ ਮਨਾਂ ਦੀ ਤ੍ਰਿਪਤੀ ਦੀ ਗੱਲ ਕਰ ਰਹੇ ਨੇ। ਕਿਵੇਂ ਅਸੀਂ ਆਪਣੇ ਮਨਾਂ ਦੀ ਤ੍ਰਿਪਤੀ ਜਿਹੜੀ ਹੈ ਉਹ ਕਰ ਸਕਦੇ ਹਾਂ। ਮਨ ਦਾ ਸੁਭਾਵ ਹੈ ਭੁੱਖ ਦੇ ਵਿੱਚ ਰਹਿਣਾ ਔਰ ਭੁੱਖਿਆਂ ਹੀ ਰਹਿਣਾ ਮਨ ਦਾ ਸੁਭਾਵ ਹੈ।
ਇਸੇ ਮਨ ਦੇ ਸੁਭਾਵ ਨੂੰ ਬਦਲ ਕੇ ਸੰਤੋਖ ਔਰ ਸਬਰ ਵਿੱਚ ਲੈ ਕੇ ਆਉਣਾ ਮਨ ਦਾ ਰੱਜ ਹੈ। ਜਿੰਨਾ ਚਿਰ ਮਨ ਭੁੱਖ ਦੇ ਵਿੱਚ ਬੈਠਾ ਹੈ ਜਾਂ ਤ੍ਰਿਸ਼ਨਾ ਵਿੱਚ ਬੈਠਾ ਹੈ, ਕਦੇ ਤ੍ਰਿਪਤੀ ਨਹੀਂ ਹੈ। ਕਦੇ ਵੀ ਮਨ ਰੱਜੇਗਾ ਨਹੀਂ, ਕਿਉਂਕਿ ਮਨ ਤ੍ਰਿਸ਼ਨਾ ਦੀ ਭੁੱਖ ਵਿੱਚ ਬੈਠਾ ਹੋਇਆ ਹੋਰ ਤੋਂ ਹੋਰ ਦੀ ਲਾਲਸਾ ਲੈ ਕੇ ਬੈਠਾ ਹੈ। ਰੱਜ ਕਿੱਥੇ ਹੈ? ਮਨ ਸਾਰੀ ਜ਼ਿੰਦਗੀ ਯਤਨ ਕਰੀ ਜਾਂਦਾ ਹੈ ਕਿ ਮੈਂ ਕੁਝ ਨਾ ਕੁਝ ਹਾਸਲ ਕਰਦਾ ਰਵਾਂ, ਔਰ ਇਹ ਕੁਝ ਨਾ ਕੁਝ ਹਾਸਲ ਕਰਨ ਦੀ ਲਾਲਸਾ ਸਾਰੀ ਜ਼ਿੰਦਗੀ ਗਵਾ ਦਿੰਦੀ ਹੈ, ਜ਼ਿੰਦਗੀ ਲੰਘ ਜਾਂਦੀ ਹੈ। ਇਹ ਨਹੀਂ ਵੀ ਮਨੁੱਖ ਅਖੀਰ ਤੇ ਜਾ ਕੇ ਸਬਰ ਕਰ ਲਏਗਾ ਵੀ ਬਸ ਕਰ, ਜਾਂ ਮਨ ਕਹਿ ਦੇਗਾ ਵੀ ਛੱਡ ਹੁਣ। ਸਗੋਂ ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦੇ ਆ, ਇਹ ਕਹਿੰਦੇ ਨੇ ਮਨ ਨਹੀਂ ਰੱਜਿਆ, ਸਰੀਰ ਜਵਾਬ ਦੇ ਗਿਆ ਵੀ ਬਸ ਕਰ। ਮਨ ਨਹੀਂ ਰੱਜਿਆ, ਮਨ ਨੂੰ ਅਜੇ ਵੀ ਸਬਰ ਨਹੀਂ ਹੋਇਆ, ਪਰ ਇੰਦਰੀ ਕਾ ਬਲ ਥਾਕਾ, ਇੰਦਰੀਆਂ ਜਵਾਬ ਦੇ ਗਈਆਂ। ਕੀ ਅੱਖਾਂ ਨਾਲ ਵੇਖਦਿਆਂ ਵੇਖਦਿਆਂ ਮਨ ਦੇ ਵੇਖਣ ਦੀ ਲਾਲਸਾ ਮੁੱਕ ਗਈ? ਕੀ ਕੰਨਾਂ ਨਾਲ ਸੁਣਦਿਆਂ, ਉਸਤਤ ਸੁਣਦਿਆਂ, ਨਿੰਦਿਆ ਸੁਣਦਿਆਂ ਮਨ ਨੇ ਕਹਿਤਾ ਵੀ ਹੁਣ ਬਸ ਕਰ? ਜ਼ੁਬਾਨ ਝੂਠ ਬੋਲ ਬੋਲ ਕੇ ਥੱਕ ਗਈ ਹੋਵੇ, ਜਾਂ ਝੂਠੀ ਉਸਤਤੀ ਨਿੰਦਿਆ ਕਰਕੇ ਥੱਕ ਗਈ ਹੋਵੇ, ਜ਼ੁਬਾਨ ਨੇ ਕਿਹਾ ਵੀ ਹੁਣ, ਮਨ ਨੇ ਕਿਹਾ ਹੋਵੇ ਵੀ ਬਸ ਕਰ ਹੁਣ ਨਾ ਤੂੰ ਬੋਲੀ, ਪਰ ਇਹ ਸਾਰੇ ਥੱਕ ਗਏ। ਮਨ ਨਹੀਂ ਥੱਕਿਆ, ਅੱਖਾਂ ਕਹਿੰਦੀਆਂ ਨੇ ਸਾਡੀ ਕੈਪੈਸਿਟੀ ਮੁੱਕ ਗਈ, ਅਸੀਂ ਹੋਰ ਨਹੀਂ ਵੇਖ ਸਕਦੀਆਂ। ਮਨ ਨਹੀਂ ਥੱਕਿਆ, ਕੰਨ ਕਹਿੰਦੇ ਨੇ ਸਾਨੂੰ ਉੱਚਾ ਸੁਣਨ ਲੱਗ ਗਿਆ, ਅਸੀਂ ਹੋਰ ਨਹੀਂ ਸੁਣ ਸਕਦੇ। ਮਨ ਨਹੀਂ ਥੱਕਿਆ, ਜ਼ੁਬਾਨ ਕਹਿ ਉੱਠੀ ਹੈ ਮੈਂ ਹੁਣ ਜਿਹਬਾ ਬਚਨ ਸ਼ੁੱਧ ਨਹੀਂ ਨਿਕਸੈ, ਹੁਣ ਜ਼ੁਬਾਨ ਤੋਂ ਸ਼ੁੱਧ ਬਚਨ ਨਹੀਂ ਨਿਕਲਦੇ। ਮਨ ਨਹੀਂ ਥੱਕਿਆ, ਮਨ ਨੂੰ ਅਜੇ ਵੀ ਸਬਰ ਨਹੀਂ ਆਇਆ, ਮਨ ਅਜੇ ਵੀ ਨਹੀਂ ਰੱਜਿਆ, ਤੇ ਰੱਜੇਗਾ ਕਿਵੇਂ? ਜ਼ਿੰਦਗੀ ਤੇ ਗੁਜ਼ਰ ਗਈ। ਜਿਹਦੀਆਂ ਇੰਦਰੀਆਂ ਦਾ ਬਲ ਥੱਕਿਆ ਹੈ, ਸੁਭਾਵਕ ਜਿਹੀ ਗੱਲ ਹੈ, ਕਾਲ ਕਿਨਾਰੇ ਦੇ ਉੱਤੇ ਹੀ ਹੈ, ਮੌਤ ਕਿਨਾਰੇ ਹੀ ਹੈ। ਜ਼ਿੰਦਗੀ ਤੇ ਗੁਜ਼ਰ ਗਈ, ਸਾਰੀ ਗੁਜ਼ਰ ਗਈ। ਮਨ ਕੋਲ ਅਜੇ ਵੀ ਸਬਰ ਨਹੀਂ ਆਇਆ, ਜੀਵਨ ਸਾਰਾ ਹੀ ਲੰਘ ਗਿਆ। ਸਤਿਗੁਰੂ ਜੀ ਅੱਜ ਮਨ ਦੇ ਸਬਰ ਦੀ ਗੱਲ ਕਰ ਰਹੇ ਨੇ ਕਿ ਮਨਾ ਤੈਨੂੰ ਸਬਰ ਆਵੇਗਾ ਕਿਵੇਂ? ਗੁਰੂ ਸਾਹਿਬ ਰਹਾਉ ਦੀ ਪੰਕਤੀ ਵਿੱਚ ਜ਼ਿਕਰ ਕਰਦੇ, ਮੇਰੇ ਗੋਵਿੰਦਾ ਹੇ ਮੇਰੇ ਮਾਲਕ ਜੀਓ, ਗੁਣ ਗਾਵਾਂ ਜਦੋਂ ਮੈਂ ਆਪ ਜੀ ਦੇ ਗੁਣਾਂ ਨੂੰ ਗਾਉਂਦਾ ਹਾਂ। ਜਿਹੜਾ ਮਨ ਅੱਜ ਤੱਕ ਨਹੀਂ ਆਖਿਆ, ਜਿਸ ਮਨ ਨੇ ਮੈਂ ਰੱਜ ਗਿਆ, ਮੈਨੂੰ ਤ੍ਰਿਪਤੀ ਮਿਲ ਗਈ ਹੈ, ਉਹ ਮਨ ਆਖਣ ਲੱਗਾ ਤ੍ਰਿਪਤ ਮਨ ਹੋਏ,
ਉਹਨੂੰ ਤ੍ਰਿਪਤੀ ਮਿਲ ਗਈ, ਜਿਹਨੇ ਅੱਜ ਤੱਕ ਨਹੀਂ ਕਿਹਾ। ਜਿਨਨੇ ਸਾਰੇ ਦਾ ਸਾਰਾ ਸੰਸਾਰ ਭ੍ਰਮਣ ਕਰ ਲਿਆ, ਦੁਨੀਆ ਦਾ ਕੋਈ ਪਦਾਰਥ ਨਹੀਂ ਛੱਡਿਆ ਜਿਸ ਮਨ ਨੇ, ਉਹ ਮਨ ਕਦੇ ਇਹ ਨਹੀਂ ਆਖਿਆ ਉਸ ਮਨ ਨੇ ਅੱਜ ਸਬਰ ਹੈ, ਅੱਜ ਸਕੂਨ ਹੈ। ਪਰ ਮਾਲਕਾ ਜਦੋਂ ਤੇਰੇ ਗੁਣ ਗਾਉਂਦਾ ਹੈ ਨਾ ਉਹ ਮਨ, ਜਿੱਦਣ ਤੈਨੂੰ ਅਰਾਧੇ ਜਾਂ ਜਿਸ ਦਿਨ ਤੇਰੀ ਬੰਦਗੀ ਵਿੱਚ ਜੁੜੇ, ਉਦਣ ਮਨ ਕਹਿੰਦਾ ਵੀ ਅੱਜ ਸਬਰ ਹੈ, ਅੱਜ ਸੰਤੋਖ ਹੈ। ਇਹਨਾਂ ਚੀਜ਼ਾਂ ਨੂੰ ਪਰਖਦਿਆਂ ਹੋਇਆਂ ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਹੈ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਭਾਵੇਂ ਸਾਰੇ ਹੀ ਸੰਸਾਰ ਦੇ ਪਦਾਰਥ ਇਕੱਠੇ ਕਰ ਲਈਏ, ਪਰ ਮਨ ਕਦੇ ਨਹੀਂ ਕਹਿੰਦਾ ਬਸ ਕਰ। ਇਹਦੀ ਤੇ ਹਾਲਤ ਹੈ, ਇਹਦੀ ਤੇ ਅਵਸਥਾ ਹੈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਮਨ ਕਿੱਥੇ ਰੱਜਦਾ, ਜਿੰਨਾ ਮਰਜੀ ਪਾਈ ਚੱਲੋ। ਅੱਜ ਜਿੰਨਾ ਕੁਝ ਵੀ ਹੈ, ਅੱਜ ਤੋਂ 20 ਸਾਲ ਪਿੱਛੇ ਜਾ ਕੇ ਵੇਖੀਏ ਕੁਝ ਵੀ ਨਹੀਂ ਸੀ। ਮਨ ਦੀ ਹਾਲਤ ਉਦੋਂ ਵੀ ਇਹੀ ਸੀ। ਅੱਜ ਜੋ ਕੁਝ ਵੀ ਹੈ, 20 ਸਾਲ ਪਹਿਲਾਂ ਦੀਆਂ ਆਪਣੀਆਂ ਆਪਣੀਆਂ ਜ਼ਿੰਦਗੀਆਂ ਪੜਚੋਲੀਏ ਨਾ, ਤੇ ਉਹੀ ਮਨ ਕਦੇ ਕਹਿੰਦਾ ਸੀ ਗੁਰੂ ਅੱਗੇ ਵੀ ਆਹ ਕੁਛ ਮਿਲ ਜਾਏ, ਆਹ ਪਦਾਰਥਾਂ ਦੀ ਦਾਤ ਮਿਲ ਜਾਏ, ਸਤਿਗੁਰੂ ਤੇਰੇ ਵੱਲ ਚਿੱਤ ਜੁੜ ਜਾਏਗਾ। ਤੇ ਅੱਜ ਵੀ ਮਨ ਉੱਥੇ ਹੀ ਖੜਾ ਹੈ, ਮੰਗੀ ਅੱਜ ਵੀ ਜਾਂਦਾ ਹੈ, ਚਿੱਤ ਅੱਜ ਵੀ ਨਹੀਂ ਜੁੜਿਆ। ਕਦੇ ਸੋਚ ਕੇ ਵੇਖੀਏ, ਪੜਚੋਲ ਕੇ ਵੇਖੀਏ, ਜਿਹੜਾ ਮਨ ਅੱਜ ਤੋਂ 20 ਸਾਲ ਮੰਗਤਾ ਸੀ, ਉਹ 20 ਸਾਲਾਂ ਬਾਅਦ ਵੀ ਮੰਗਤਾ ਹੀ ਹੈ। ਸਬਰ ਤੇ ਅਜੇ ਵੀ ਨਹੀਂ ਆਇਆ, ਤ੍ਰਿਪਤੀ ਤੇ ਅਜੇ ਵੀ ਨਹੀਂ ਆਈ। ਇਹਦਾ ਮਤਲਬ ਮਨ ਜਿਹੜੀਆਂ ਚੀਜ਼ਾਂ ਮੰਗ ਰਿਹਾ ਉਹਨਾਂ ਵਿੱਚ ਸਬਰ ਨਹੀਂ ਹੈ, ਉਹਨਾਂ 'ਚ ਸੰਤੋਖ ਨਹੀਂ ਹੈ, ਉਹਨਾਂ 'ਚ ਸੰਤੁਸ਼ਟੀ ਨਹੀਂ ਹੈ, ਸੈਟੀਸਫੈਕਸ਼ਨ ਨਹੀਂ ਉਹਨਾਂ ਵਿੱਚ। ਮਨ ਮੰਗੀ ਜਾਂਦਾ ਹੈ, ਸੈਟੀਸਫਾਈ ਨਹੀਂ ਹੁੰਦਾ। ਤੇ ਜਿੱਥੇ ਜਾ ਕੇ ਸੰਤੁਸ਼ਟੀ ਸੈਟੀਸਫੈਕਸ਼ਨ ਮਿਲਣੀ ਸੀ, ਉੱਥੇ ਤੱਕ ਮਨ ਪਹੁੰਚਿਆ ਹੀ ਨਹੀਂ। ਅੱਜ ਤੱਕ ਜ਼ੁਬਾਨ ਕਰਕੇ ਤੇ ਭਾਵੇਂ ਬੰਦਾ ਕਹਿੰਦਾ ਰਹੇ ਰੱਬਾ ਬੰਦਗੀ ਦੇ, ਮਨ ਨੇ ਤੇ ਇੱਕ ਵਾਰੀ ਵੀ ਨਹੀਂ ਕਿਹਾ। ਸਤਿਗੁਰੂ ਦੀ ਬਾਣੀ ਦੇ ਵਿੱਚ ਮਾਲਕ ਜੀ ਨੇ ਜ਼ਿਕਰ ਕੀਤਾ ਕਿ ਮੈਂ ਜਾਚਕ ਬਣ ਕੇ ਤੇਰੇ ਕੋਲੋਂ ਜਾਚਨਾ ਕਰਦਾ, ਜਾਚਕ ਮੰਗੈ ਦਾਨ ਦੇ ਪਿਆਰਿਆ, ਦੇਵਨਹਾਰ ਦਾ ਤਾਰ ਮੈਂ ਨਿਤ ਚਿਤਾਰਿਆ। ਮਨ ਨੇ ਤੇਰੇ ਤੱਕ ਨਹੀਂ ਕਿਹਾ ਮੈਂ ਜਾਚਕ ਹਾਂ। ਸਰੀਰ ਕਰਕੇ ਤੇ ਅਸੀਂ ਹੋ ਸਕਦਾ ਹੈ ਝੋਲੀ ਫੈਲਾ ਕੇ ਬਹਿ ਜਾਂਦੇ ਹੋਈਏ ਵੀ ਲੈ ਸਤਿਗੁਰੂ ਇਹਦੇ ਚ ਪਾ। ਕਈ ਵਾਰੀ ਮਨ ਸੋਚਦਾ ਹੈ ਕਿ ਦੁਨੀਆ ਨੂੰ ਵਿਖਾ ਰਿਹਾ ਕਿ ਮੈਂ ਝੋਲੀ ਗੁਰੂ ਅੱਗੇ ਅੱਡੀ ਹੈ, ਮੈਂ ਗੁਰੂ ਕੋਲੋਂ ਨਾਮ ਦੀ ਦਾਤ ਮੰਗ ਰਿਹਾ, ਪਰ ਮੇਰਾ ਮਨ ਜਾਣਦਾ ਹੈ ਮੈਂ ਨਾਮ ਥੋੜੀ ਮੰਗਿਆ ਹੈ। ਮੈਂ ਪੱਲਾ ਚੁੱਕ ਕੇ ਗੁਰੂ ਅੱਗੇ ਝੋਲੀ ਅੱਡ ਕੇ ਸੰਸਾਰ ਨੂੰ ਵਿਖਾਤਾ, ਵੇਖੋ ਜੀ ਮੈਂ ਮੰਗ ਰਿਹਾ, ਗੁਰੂ ਕੋਲੋਂ ਮੰਗ ਰਿਹਾ, ਉਹਦੀ ਬੰਦਗੀ ਮੰਗ ਰਿਹਾ, ਪਰ ਮੇਰਾ ਗੁਰੂ ਤੇ ਮੇਰਾ ਮਨ ਜਾਣਦਾ ਮੈਂ ਬੰਦਗੀ ਕਿੱਥੇ ਮੰਗੀ ਹੈ। ਮੈਂ ਤੇ ਉਹ ਝੋਲੀ ਫੈਲਾ ਕੇ ਵੀ ਆਖਿਆ ਸੰਸਾਰ ਦੇ ਪਦਾਰਥ ਮਿਲ ਜਾਣ, ਉਦੋਂ ਵੀ ਮੰਗਿਆ ਕੀ ਹੈ? ਸੰਸਾਰਕ ਵਸਤੂਆਂ ਹੀ ਮੰਗੀਆਂ, ਸੰਸਾਰਕ ਪਦਾਰਥ ਹੀ ਮੰਗੇ। ਪਰ ਸਤਿਗੁਰੂ ਜੀ ਅੱਜ ਕਹਿੰਦੇ ਮਨ ਦੀ ਤ੍ਰਿਪਤੀ ਦਾ ਇੱਕੋ ਹੀ ਤਰੀਕਾ ਜਿੱਥੇ ਆ ਕੇ ਮਨ ਰੱਜ ਜਾਂਦਾ ਹੈ,
ਜਿੱਥੇ ਆ ਕੇ ਮਨ ਤ੍ਰਿਪਤ ਹੋ ਜਾਂਦਾ ਹੈ ਤੇ ਮਨ ਕਹਿ ਦਿੰਦਾ ਹੈ ਵੀ ਹੁਣ ਕੋਈ ਹੋਰ ਲਾਲਸਾ ਨਹੀਂ ਰਹੀ। ਤੇ ਉਹ ਕੀ ਹੈ? ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ। ਤ੍ਰਿਪਤੀ ਹੈ, ਸਬਰ ਹੈ, ਮਨ ਦੀ ਪਿਆਸ ਬੁੱਝ ਜਾਂਦੀ ਹੈ। ਇੱਥੇ ਆ ਕੇ ਮਨ ਸਬਰ ਵਾਲਾ ਬਣ ਜਾਂਦਾ। ਸਤਿਗੁਰੂ ਜੀ ਬਾਣੀ 'ਚ ਜ਼ਿਕਰ ਕਰਦੇ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋਰੇ, ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਝੀ ਹੈ। ਦੌੜਿਆ ਹੀ ਫਿਰਦਾ, ਅਗਾਂਹ ਤੋਂ ਅਗਾਂਹ ਭੱਜਿਆ ਹੀ ਫਿਰਦਾ। ਸਤਿਗੁਰੂ ਇੱਕ ਜ਼ਿਕਰ ਕਰਦੇ, ਕਹਿੰਦੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਣਾਈ। ਬੁਝਦੀ ਵੀ ਹੈ, ਜੇ ਅੱਗ ਲੱਗੀ ਹੈ ਨਾ ਤੇ ਅੱਗ ਬੁਝਦੀ ਵੀ ਹੈ। ਬਸ ਸਾਡਾ ਜ਼ਿੰਦਗੀ ਵਿੱਚ ਨਾ ਇੱਕ ਕਰਮ ਹੈ, ਅਸੀਂ ਅੱਗ ਲੱਗਣ ਤੋਂ ਬਾਅਦ ਵਿੱਚ ਖੂਹ ਪੱਟ ਕੇ ਬੁਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਦੇ ਪਹਿਲੋਂ ਪ੍ਰਬੰਧ ਕਰਕੇ ਅਸੀਂ ਨਹੀਂ ਰੱਖਿਆ। ਤੇ ਜੇ ਕੋਈ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਵੀ ਕਰੇ ਤੇ ਅਸੀਂ ਉਹਨੂੰ ਵੀ ਇਹ ਕਹਿੰਦੇ ਆ, ਮੈਂ ਆਪਣਾ ਖੂਹ ਪੱਟ ਕੇ ਫਿਰ ਬੁਝਾਵਾਂਗਾ, ਤੁਹਾਡੇ ਪਾਣੀਆਂ ਨਾਲ ਮੈਂ ਅੱਗ ਨਹੀਂ ਬੁਝਾਉਣੀ। ਸਬਰ ਕਿੱਥੇ ਹੈ ਮਨ ਨੂੰ? ਮੈਂ ਖੁਦ ਆਪਣੀ ਜ਼ਿੰਦਗੀ ਵਿੱਚ ਸਬਰ ਲੈ ਆਵਾਂਗਾ, ਤੁਹਾਡੀਆਂ ਸਲਾਹਾਂ ਦੀ ਜ਼ਰੂਰਤ ਨਹੀਂ। ਨਹੀਂ ਆਉਂਦਾ। ਫਿਰ ਸਤਿਗੁਰੂ ਨਾਲ ਆਖਦੇ, ਕਹਿੰਦੇ ਇਸ ਨੂੰ ਤ੍ਰਿਪਤੀ ਉਸ ਦਿਨ ਮਿਲਦੀ ਹੈ ਜਿਸ ਦਿਨ ਇਹਦੇ ਕੋਲ ਗੁਣ ਗਾਉਣ ਦੀ ਜਾਚ, ਇਹਦੇ ਕੋਲ ਗੁਣ ਗਾਉਣ ਦੀ ਲਾਲਸਾ ਆ ਜਾਏ। ਤੇ ਪਿਆਸ ਉਸ ਦਿਨ ਮਿਟਦੀ ਹੈ ਜਿਸ ਦਿਨ ਇਹਦੀ ਪਿਆਸ ਬਦਲ ਜਾਏ। ਅਜੇ ਤੇ ਮਨ ਨੂੰ ਇਹ ਲਾਲਸਾ ਹੈ, ਰਸ ਸੋਏ ਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਅਜੇ ਤੇ ਇੱਥੇ ਮਨ ਖੜੋਤਾ ਹੈ, ਬਸ ਇਸੇ ਰਸਾਂ ਨੂੰ ਤਬਦੀਲ ਕਰਨਾ। ਕਿੱਥੇ ਲੈ ਕੇ ਆਉਣਾ? ਅੰਤਰ ਪਿਆਸ ਹਰ ਨਾਮ ਕੀ। ਮਨ ਤੇ ਉਹੀ ਹੈ। ਪਰ ਪਹਿਲੋਂ ਮਨ ਮੰਗਦਾ ਸੀ ਸੰਸਾਰਕ ਪਦਾਰਥ, ਪਹਿਲੋਂ ਮਨ ਮੰਗ ਰਿਹਾ ਸੰਸਾਰਕ ਵਸਤੂਆਂ, ਸੰਸਾਰਕ ਧਨ, ਇਹ ਸਭ ਕੁਝ ਮੰਗ ਰਿਹਾ ਮਨ। ਉਹੀ ਮਨ ਹੁਣ ਕਹਿ ਰਿਹਾ ਮੈਨੂੰ ਵਸਤੂਆਂ ਪਦਾਰਥ ਨਹੀਂ ਚਾਹੀਦੇ, ਹੁਣ ਮੈਨੂੰ ਕੀ ਚਾਹੀਦਾ? ਪਿਆਸ ਹਰ ਨਾਮ ਕੀ। ਰੱਬ ਦਾ ਨਾਮ ਚਾਹੀਦਾ। ਫਿਰ ਗੁਰ ਤੁਸ ਮਿਲਾਵੈ ਸੋਏ, ਗੁਰੂ ਤਰੁੱਠ ਕੇ ਫਿਰ ਉਹਦੇ ਨਾਮ ਦੀ ਦਾਤ ਦਿੰਦਾ। ਮਨ ਤੇ ਉਹੀ ਹੈ। ਪਰ ਪਹਿਲੋਂ ਪਦਾਰਥਾਂ ਪਿੱਛੇ ਦੌੜ ਰਿਹਾ ਸੀ, ਹੁਣ ਪਦਾਰਥਾਂ ਪਿੱਛੇ ਨਹੀਂ ਦੌੜ ਰਿਹਾ।
ਪਹਿਲੋਂ ਸੰਸਾਰਕ ਵਸਤੂਆਂ ਲੋਚ ਰਿਹਾ ਸੀ ਮਨ, ਹੁਣ ਮਨ ਸੰਸਾਰਕ ਵਸਤੂਆਂ ਨਹੀਂ ਲੋਚ ਰਿਹਾ। ਪਹਿਲੋਂ ਮਨ ਚਾਹੁੰਦਾ ਸੀ ਦੁਨਿਆਵੀ ਸਾਰੇ ਪਦਾਰਥ ਮਿਲ ਜਾਣ, ਹੁਣ ਮਨ ਦੁਨਿਆਵੀ ਪਦਾਰਥ ਨਹੀਂ ਲੋਚ ਰਿਹਾ। ਮਨ ਕਹਿੰਦਾ ਪਿਆਸ ਤੇ ਹੈ, ਪਰ ਪਿਆਸ ਹੁਣ ਰੱਬ ਦੀ ਬੰਦਗੀ ਦੀ ਹੈ, ਕਿਸੇ ਦੂਜੇ ਪਦਾਰਥ ਦੀ ਨਹੀਂ। ਪਿਆਸ ਤੇ ਹੈ, ਜਿਹਨੂੰ ਗੁਰੂ ਸਾਹਿਬ ਆਸਾ ਕੀ ਵਾਰ ਚ ਕਹਿ ਦਿੰਦੇ ਨਾ, ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਾਸ। ਪਹਿਲੀ ਵਸਤੂ ਪਾਸੇ ਕੀਤੀ ਤੇ ਦੂਜੀ ਵਿੱਚ ਪਾਉਣ ਦੇ ਕਾਬਲ ਬਣੇ। ਪਹਿਲੋਂ ਵਾਲੇ ਰਸ ਪਾਸੇ ਕੀਤੇ, ਰੱਬ ਦੇ ਰਸ ਨੂੰ ਪਾਉਣ ਦੇ ਕਾਬਲ ਬਣ ਗਿਆ ਮਨ, ਕਿਉਂਕਿ ਮਨ ਨੇ ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੂਧੈ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ, ਏ ਮਨ ਈਟੀ ਹਾਥ ਕਰੋ, ਫੁਨ ਨੇਤਰੋ ਨੀਂਦ ਨ ਆਵੈ, ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵੋ। ਮਨ ਕੋਲ ਸਬਰ। ਹੁਣ ਮਨ ਸਮਝ ਗਿਆ ਕਿ ਸਬਰ ਉਦਣ ਆਏਗਾ ਜਿੱਦਣ ਮਨਾ ਇਹ ਆਖੇਗਾ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਪਹਿਲੋਂ ਤੇ ਇੱਛਾਵਾਂ ਲੈ ਕੇ ਬੈਠਾ, ਪਹਿਲੋਂ ਸੀ ਮਨ ਇੱਛਾਵਾਂ ਨਾਲ ਜੁੜਿਆ। ਮਨ ਇਹ ਸਮਝ ਗਿਆ ਇੱਛਾਵਾਂ ਜੁੜ ਕੇ ਨਹੀਂ, ਇੱਛਾਵਾਂ ਨਾਲ ਜੁੜਿਆ ਨਹੀਂ ਉਹ ਕਦੇ ਤ੍ਰਿਪਤੀ ਆਉਣੀ। ਕਿਤੇ ਇੱਛਾਵਾਂ ਪੂਰੀਆਂ ਕਰਨ ਵਾਲਿਆਂ ਨਾਲ ਜੁੜ ਜਾਏ ਤੇ ਮਨਾ ਸਬਰ ਮਿਲ ਜਾਏਗਾ, ਰੱਜ ਜਾਏਗਾ। ਔਰ ਸਤਿਗੁਰੂ ਕਹਿੰਦੇ ਜਿੱਦਣ ਮਨ ਨੂੰ ਇਹ ਬਾਤ ਸਮਝ ਲੱਗ ਗਈ ਕਿ ਹੁਣ ਦਾਤਾਂ ਨਾਲ ਨਹੀਂ, ਦਾਤੇ ਨਾਲ ਪ੍ਰੇਮ ਕਰਿਆ ਤ੍ਰਿਪਤੀ ਮਿਲੇਗੀ, ਵਸਤੂਆਂ ਨਾਲ ਨਹੀਂ, ਉਸ ਦੇਣ ਹਾਰੇ ਤੋਂ ਤ੍ਰਿਪਤੀ ਮਿਲਣੀ ਹੈ, ਉਦਣ ਮਨ ਦਾਤਾਂ ਪਿੱਛੇ ਨਹੀਂ, ਉਦਣ ਮਨ ਦਾਤੇ ਵੱਲ ਚੱਲ ਪੈਂਦਾ ਹੈ। ਅਜੇ ਤੱਕ ਸਾਡਾ ਮਨ ਇਸ ਗੱਲ ਨੂੰ ਸਮਝ ਨਹੀਂ ਸਕਿਆ ਕਿ ਤ੍ਰਿਪਤੀ ਸੰਸਾਰ ਵਿੱਚ ਨਹੀਂ, ਤ੍ਰਿਪਤੀ ਸੰਸਾਰਕ ਪਦਾਰਥਾਂ ਵਿੱਚ ਨਹੀਂ, ਕਿਉਂਕਿ ਮਨ ਨੂੰ ਜਿਸ ਪਾਸਿਓਂ ਨਜ਼ਰ ਆਉਂਦਾ ਨਾ ਕਿ ਤ੍ਰਿਪਤੀ ਇੱਧਰ ਹੈ, ਮਨ ਉਸ ਪਾਸੇ ਤੁਰ ਪੈਂਦਾ ਹੈ। ਮਨ ਨੂੰ ਲੱਗਦਾ ਇੱਛਾਵਾਂ ਪੂਰੀਆਂ ਕਰਾਂਗਾ ਤ੍ਰਿਪਤੀ ਮਿਲੇਗੀ, ਮਨ ਨੂੰ ਲੱਗਦਾ ਆ ਲਾਲਸਾ ਪੂਰੀ ਹੋ ਜਾਏ ਸਬਰ ਮਿਲੇਗਾ। ਬਸ ਮਨ ਨੂੰ ਇਸੇ ਗੱਲ ਨੂੰ ਸਮਝਾਉਣਾ ਹੈ ਕਿ ਮਨਾ ਲਾਲਸਾਵਾਂ ਵਿੱਚ ਤ੍ਰਿਪਤੀ ਨਹੀਂ ਹੋ। ਜਿੱਦਣ ਮਨ ਨੂੰ ਪਤਾ ਲੱਗ ਗਿਆ ਉਦਣ ਮਨ ਲਾਲਸਾਵਾਂ ਪਿੱਛੇ ਨਹੀਂ ਦੌੜੇਗਾ, ਉਦਣ ਦਾਤੇ ਵੱਲ ਚੱਲ ਪਏਗਾ, ਦਾਤੇ ਮਗਰ ਚੱਲ ਪਏਗਾ, ਕਿਉਂਕਿ ਮਨ ਸਮਝ ਜਾਏਗਾ ਦਾਤਾ ਹੀ ਲਾਲਸਾਵਾਂ ਪੂਰੀਆਂ ਕਰੇਗਾ। ਦਾਤੇ ਤੋਂ ਬਿਨਾ ਤ੍ਰਿਪਤੀ ਨਹੀਂ, ਦਾਤੇ ਤੋਂ ਬਿਨਾ ਸੰਤੁਸ਼ਟੀ ਨਹੀਂ, ਦਾਤੇ ਤੋਂ ਬਿਨਾ ਰਹਿਮਤ ਨਹੀਂ। ਚਾਹੇ ਅਸੀਂ ਕਿਸੇ ਪ੍ਰਕਾਰ ਦੀ ਬਖਸ਼ਿਸ਼ ਲੋਚ ਲਈਏ, ਇੱਕ ਦਾਤਾ ਹੈ, ਜਦੋਂ ਉਹਦੇ ਨਾਲ ਜੁੜਾਂਗੇ ਪਦਾਰਥ ਵੀ ਮਿਲ ਜਾਣਗੇ, ਪਰ ਇੱਕ ਦਾਤਾ ਹੈ, ਉਹਦੇ ਨਾਲ ਜੁੜਿਆਂ ਇਕੱਲੇ ਪਦਾਰਥ ਨਹੀਂ, ਪਦਾਰਥਾਂ ਦੇ ਨਾਲ ਨਾਲ ਤ੍ਰਿਪਤੀ ਵੀ ਮਿਲਦੀ ਹੈ। ਤੇ ਮਨ ਦਾਤੇ ਨਾਲ ਜੋੜਨਾ, ਮਨ ਨੂੰ ਇਹੋ ਤੇ ਬਾਤ ਸਮਝਾਉਣੀ ਹੈ ਕਿ ਮਨਾ ਅੰਤਰ ਪਿਆਸ ਹਰ ਨਾਮ ਕੀ, ਜਦੋਂ ਲੱਗ ਗਈ ਫਿਰ ਗੁਰ ਤੁਸ ਮਿਲਾਵੈ ਸੋਏ। ਗੁਰੂ ਕੀ ਕਰਦੇ? ਤਰੁੱਠ ਕੇ ਪ੍ਰਸੰਨ ਹੋ ਕੇ ਫਿਰ ਮਨ ਨੂੰ ਪਰਮੇਸ਼ਵਰ ਦਾ ਮਿਲਾਪ ਬਖਸ਼ ਦਿੰਦੇ ਹਨ।
ਗੁਣ ਗਾਵਾਂ ਗੁਣ ਵਿਥਰਾ, ਗੁਣ ਬੋਲੀ ਮੇਰੀ ਮਾਏ। ਗੁਰਮੁਖ ਸੱਜਣ ਗੁਣਕਾਰੀਆ, ਮਿਲ ਸੱਜਣ ਹਰ ਗੁਣ ਗਾਏ। ਹੀਰੈ ਹੀਰ ਮਿਲ ਵਿਦਿਆ, ਰੰਗ ਚਲੁਲੈ ਨਾਏ। ਜਦੋਂ ਮਨ ਨੂੰ ਪਤਾ ਲੱਗ ਗਿਆ ਕਿ ਗੁਣ ਗਾਉਣ ਵਿੱਚ ਹੀ ਤ੍ਰਿਪਤੀ ਹੈ, ਉਦਣ ਮਨ ਇਸ ਕਰਮ ਨੂੰ ਅਪਣਾ ਲੈਂਦਾ ਹੈ। ਗੁਣ ਗਾਵਾਂ ਗੁਣ ਵਿਥਰਾਂ, ਗੁਣ ਬੋਲੀ ਮੇਰੀ ਮਾਏ। ਉਸ ਦਿਨ ਮਨ ਫਿਰ ਗੁਣਾਂ ਨੂੰ ਹੀ ਗਾਉਂਦਾ ਹੈ, ਤੇ ਗੁਣ ਗਾਉਂਦਿਆਂ ਗੁਣ ਵਿਥਰਾਂ। ਹੁਣ ਵਿਸਥਾਰ ਸੰਸਾਰਕ ਪਦਾਰਥਾਂ ਦਾ ਨਹੀਂ ਕਰ ਰਿਹਾ ਵੀ ਮੈਂ ਸੰਸਾਰਕ ਵਸਤੂਆਂ ਦਾ ਪਦਾਰਥਾਂ ਦਾ ਖਲਾਰਾ ਹੋਰ ਪਾ ਕੇ ਬਹਿ ਜਾ। ਮਨ ਸਮਝ ਗਿਆ ਆਪ ਸਾਰੇ ਨਾਲ ਕੁਛ ਨਹੀਂ ਬਣਨਾ। ਜੇ ਸੰਤੁਸ਼ਟੀ ਚਾਹੀਦੀ ਹੈ ਤੇ ਮਨਾ ਆਪ ਸਾਰਾ ਜਿੰਨਾ ਘੱਟ ਹੋਏਗਾ ਉਨੀ ਹੀ ਸੰਤੁਸ਼ਟੀ ਹੈ। ਸਾਡਾ ਮਨ ਕਿਵੇਂ ਤੁਰ ਰਿਹਾ? ਅਸੀਂ ਚੱਲੇ ਤਾਂ ਸਾਂ ਮਨ ਦਾ ਸਬਰ ਲੱਭਣ ਵਾਸਤੇ, ਮਨ ਦਾ ਸਕੂਨ ਲੱਭਣ ਲਈ। ਇਨਸਾਨ ਕਿੱਥੋਂ ਤੁਰਿਆ? ਕਿਤੇ ਅੱਜ ਤੋਂ ਉਹ ਸਮਾਂ ਜਿਹੜਾ ਅਸੀਂ ਆਪਣੀਆਂ ਅੱਖਾਂ ਨਾਲ ਨਹੀਂ ਨਿਹਾਰਿਆ, ਜਿਹਨੂੰ ਅਸੀਂ ਬਜ਼ੁਰਗਾਂ ਦਾ ਸਮਾਂ ਕਹਿ ਸਕਦੇ ਹਾਂ। ਜ਼ਿੰਦਗੀਆਂ ਕਿੰਨੀਆਂ ਚੰਗੀਆਂ ਸੀ, ਕਿੰਨੇ ਚੰਗੇ ਜੀਵਨ ਸੀ ਕਿਸੇ ਦੀ ਜ਼ਿੰਦਗੀ 'ਚ ਇੰਨੀ ਹਫੜਾ ਦਫੜੀ ਜਿੰਨੀ ਅੱਜ ਦੇ ਮਨੁੱਖ ਦੀ ਜ਼ਿੰਦਗੀ ਵਿੱਚ ਹੈ। ਜਿਸ ਪਾਸੇ ਜਾਣਾ ਸਬਰ ਨਾਲ ਜਾਣਾ, ਜਿਸ ਪਾਸੇ ਜਾਣਾ ਸਕੂਨ ਨਾਲ ਜਾਣਾ, ਜਿਸ ਕਰਮ ਨੂੰ ਕਰਨਾ ਸਬਰ ਨਾਲ ਕਰਨਾ, ਅੱਜ ਕੁਝ ਵੀ ਨਹੀਂ। ਜਿਸ ਪਾਸੇ ਚੱਲਣਾ ਹਫੜਾ ਦਫੜੀ ਹੋਈ ਹੈ। ਜਿਹੜਾ ਕਰਮ ਕਰਨਾ ਬਸ ਤੇਜ਼ੀ ਹੋਈ ਹੈ, ਸਬਰ ਤੇ ਹੈ ਹੀ ਨਹੀਂ ਜ਼ਿੰਦਗੀ ਵਿੱਚ। ਹੈ ਕਿਸੇ ਕਰਮ ਨੂੰ ਲੈ ਕੇ ਅਸੀਂ ਕਹਿ ਸਕੀਏ ਵੀ ਮੇਰੀ ਜ਼ਿੰਦਗੀ 'ਚ ਆਹ ਕੰਮ ਨੂੰ ਲੈ ਕੇ ਸਬਰ ਹੈ, ਮੈਂ ਇਸ ਪਾਸੇ ਜਦੋਂ ਜਾਣਾ ਬੜੀ ਸੰਤੁਸ਼ਟੀ ਬੜੇ ਸਬਰ ਨਾਲ ਜਾਣਾ? ਨਹੀਂ, ਆਪਣੇ ਮਨਾਂ ਨੂੰ ਹੀ ਪੜਚੋਲ ਕੇ ਵੇਖ ਲਈਏ, ਆਪਣੀਆਂ ਜ਼ਿੰਦਗੀਆਂ ਨੂੰ ਅਨੁਭਵ ਕਰਕੇ ਵੇਖ ਲਈਏ। ਕਿਸੇ ਕੰਮ ਚੱਲੇ ਆ, ਹਫੜਾ ਦਫੜੀ ਜੀ ਤੁਰੇ ਜਾਂਦੇ ਆ। ਗੁਰੂ ਘਰ ਆਉਣ ਲੱਗੇ ਫਿਰ ਹਫੜਾ ਦਫੜੀ 'ਚ ਹੀ ਆਏ। ਇੱਥੋਂ ਤੱਕ ਹਰ ਕਰਮ ਤੇ ਹਫੜਾ ਦਫੜੀ ਵਿੱਚ ਕੀਤਾ ਹੀ ਹੈ, ਤੇਜ਼ੀ ਵਿੱਚ ਕੀਤਾ ਹੀ ਹੈ। ਸਾਨੂੰ ਤੇ ਉਹ ਕਰਮ ਵੀ ਸਬਰ ਨਾਲ ਕਰਨਾ ਨਹੀਂ ਆਇਆ ਜਿੰਨੇ ਜ਼ਿੰਦਗੀ ਵਿੱਚ ਸਬਰ ਦੇਣਾ ਸੀ। ਅਸੀਂ ਤੇ ਬਾਣੀ ਤੇਜ਼ੀ 'ਚ ਪੜ ਕੇ ਲੰਘ ਗਏ, ਪਤਾ ਹੀ ਨਹੀਂ ਲੱਗਿਆ। ਜਪਜੀ ਸ਼ੁਰੂ ਕਦੋਂ ਕੀਤਾ ਤੇ ਸ਼ਲੋਕ ਕਿਸ ਵੇਲੇ ਪੜ ਲਿਆ। ਸਬਰ ਭਾਲ ਰਹੇ ਆ ਮਨਾਂ ਨੂੰ, ਜ਼ਿੰਦਗੀਆਂ ਵਿੱਚ ਸਬਰ ਭਾਲ ਰਹੇ। ਜਿਸ ਕਰਮ ਨੇ ਜ਼ਿੰਦਗੀ ਵਿੱਚ ਸਬਰ ਦੇਣਾ ਸੀ, ਅਸੀਂ ਉਹੀ ਕੰਮ ਸਬਰ ਨਾਲ ਨਹੀਂ ਕਰ ਸਕੇ ਤੇ ਜ਼ਿੰਦਗੀਆਂ ਵਿੱਚੋਂ ਸਬਰ ਕਿੱਥੋਂ ਲਵਾਂਗੇ? ਕਿਵੇਂ ਆਏਗਾ ਜ਼ਿੰਦਗੀਆਂ ਵਿੱਚ ਸਬਰ? ਕਿੱਥੋਂ ਆਏਗਾ ਜ਼ਿੰਦਗੀਆਂ ਵਿੱਚ ਸੰਤੋਖ? ਸਾਡੇ ਕੋਲੋਂ ਤੇ ਬਾਣੀ ਵੀ ਸਾਡੇ ਨਾਲ ਅਸੀਂ ਸਹਿਜ ਨਾਲ ਠਰਮੇ ਨਾਲ ਨਹੀਂ ਪੜ ਸਕੇ। ਜੇ ਕੋਈ ਪੁੱਛਦਾ ਤੂੰ ਜਪਜੀ ਕਿੰਨੇ 'ਚ ਪੜ ਲੈਣਾ? ਵੱਧ ਤੋਂ ਵੱਧ ਮਿੰਟ 5 ਲੱਗਦੇ ਨੇ ਜੀ। ਕਿੰਨਾ ਕੁ ਸਬਰ ਹੈ? ਸੁਖਮਨੀ ਦੀ ਬਾਣੀ ਪੜਨ ਨੂੰ ਮੈਨੂੰ ਪੌਣਾ ਕੁ ਘੰਟਾ ਹੀ ਲੱਗਦਾ ਹੈ। ਕਿੰਨਾ ਸਬਰ ਹੋਏਗਾ ਉਹ ਬੰਦੇ ਦੀ ਜ਼ਿੰਦਗੀ 'ਚ? ਜਿਸ ਕਾਰਜ ਨੇ ਸਬਰ ਦੇਣਾ ਸੀ
ਉਹ ਤੇ ਸਬਰ ਨਾਲ ਤੇਰੇ ਤੋਂ ਹੋਇਆ ਨਹੀਂ। ਤੇ ਮਨਾ ਤੂੰ ਰੱਜ ਪਾਲਣਾ, ਮਨਾ ਤੂੰ ਸਬਰ, ਤੈਨੂੰ ਤੇ ਚਾਹੀਦਾ ਸੀ ਕਿ ਤੂੰ ਜੇ ਨਹੀਂ ਬਹੁਤਾ ਸਮਾਂ, ਤੈਨੂੰ ਕਿਸੇ ਨਹੀਂ ਆਖਿਆ ਤੂੰ ਜਪਜੀ ਪੂਰਾ ਪੜ੍ਹ, ਮਨਾ ਪੌੜੀ ਇੱਕ ਪੜ੍ਹ ਲਾ, ਪਰ ਸਮਝ ਕੇ ਸਬਰ ਨਾਲ ਤੇ ਪੜ੍ਹ, ਪਤਾ ਤੇ ਲੱਗੇ ਵੀ ਬਾਪੂ ਕਹਿ ਕੀ ਰਹੇ ਨੇ। ਤੈਨੂੰ ਸੁਖਮਨੀ ਸਾਹਿਬ ਪੜ੍ਹਨ ਦੇ ਲਈ ਬਾਣੀ ਪੜ੍ਹਨਾ ਮਾੜੀ ਬਾਤ ਨਹੀਂ, ਤੂੰ ਸੁਖਮਨੀ ਇੱਕ ਵਾਰੀ ਪੜ੍ਹ, 2 ਵਾਰ ਪੜ੍ਹ, 4 ਵਾਰ ਪੜ੍ਹ, ਮੁਬਾਰਕ ਬਾਤ। ਪਰ ਸੱਜਣਾ ਕੀ ਪੜ੍ਹੇ ਦਾ ਫਾਇਦਾ ਜੇ ਉਹਦੇ ਚੋਂ ਇੱਕ ਲਫ਼ਜ਼ ਵੀ ਸਮਝ ਨਾ ਆਇਆ ਤੇ ਕੀ ਕਰੇਗਾ? ਜੇ ਇੱਕ ਵਾਰੀ ਪੜ੍ਹ ਲਏ ਉਹ ਭਲਾ ਹੈ, ਸਮਝ ਕੇ ਪੜ੍ਹੇ, ਜਾਂ 5 ਵਾਰੀ 7 ਵਾਰੀ ਪੜ੍ਹਿਆ ਬਿਨਾਂ ਸਮਝੇ ਪੜ੍ਹਿਆ ਉਹ ਭਲਾ ਹੈ। ਫਿਰ ਤੇ ਬਾਬਾ ਕਬੀਰ ਜੀ ਦੇ ਬੋਲ ਚੇਤੇ ਆਉਂਦੇ ਹੀ ਨੇ ਨਾ, ਕੀ ਲਾਭ ਹੋਇਆ ਪੜ੍ਹਨ ਦਾ, ਕੀ ਫਾਇਦਾ ਹੋਇਆ ਗੁਣ ਗਣਾਉਣ ਦਾ, ਸਬਰ ਤੇ ਜ਼ਿੰਦਗੀ ਚ ਆਇਆ ਕੋਈ ਨਹੀਂ। ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ, ਅੰਧਿਆਰੇ ਦੀਪਕ ਚਹੀਐ, ਇੱਕ ਵਸਤ ਅਗੋਚਰ ਲਹੀ ਹੈ, ਵਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਮਨ ਮਾਨੈ ਲੋਗ ਨਾ ਪਤੀਜੈ, ਨਾ ਪਤੀਜੈ ਤੋ ਕਿਆ ਕੀਜੈ। ਤੇ ਅਸੀਂ ਕਿੱਥੇ ਜ਼ੋਰ ਲਾਇਆ, ਲੋਕ ਹੀ ਨਾ ਨਾਰਾਜ਼ ਹੋ ਜਾਣ ਕਿਤੇ। ਬਾਬਾ ਕਬੀਰ ਜੀ ਕਹਿੰਦੇ ਮਨ ਮਾਨੈ ਲੋਕ ਨਾ ਪਤੀਜੈ, ਨਾ ਪਤੀਜੈ ਤੋ ਕਿਆ ਕੀਜੈ, ਵੀ ਕੀ ਕਰ ਸਕਦੇ ਆ ਫਿਰ, ਨਹੀਂ ਮੰਨਦੇ ਤੇ ਨਾ ਸਹੀ, ਸਾਡਾ ਮਨ ਤੇ ਸੰਤੁਸ਼ਟ ਹੈ ਨਾ। ਤੇ ਅਸੀਂ ਜੇ ਕਿਤੇ ਲੇਟ ਹੋ ਗਏ, ਰਿਸ਼ਤੇਦਾਰ ਹੀ ਨਾ ਨਾਰਾਜ਼ ਹੋ ਜਾਣ। ਆ ਸਾਡੀ ਅਸਲੀਅਤ ਹੈ। ਜੇ ਗੁਰੂ ਕੀ ਰਹਿਮਤ ਸਦਕਾ ਅਸੀਂ ਘਰੇ ਸਤਿਗੁਰੂ ਜੀ ਕੇ ਚਰਨ ਪਵਾਏ, ਚਾਹੇ ਸਹਿਜ ਪਾਠ ਰੂਪ ਵਜੋਂ ਕਹਿ ਲਈਏ, ਅਖੰਡ ਪਾਠ ਸਾਹਿਬ ਰੂਪ ਵਜੋਂ ਕਹਿ ਲਈਏ, ਬਕਾਇਦਾ ਅਸੀਂ ਪਹਿਲਾਂ ਟਾਈਮ ਮੈਂਸ਼ਨ ਕਰਦੇ ਹਾਂ ਜੀ, ਇੰਨੇ ਵਜੇ ਭੋਗ ਪਾ ਦੇਣਾ। ਉਹ ਰਿਸ਼ਤੇਦਾਰ ਵੀ ਉਨੇ ਕੁ ਵਜੇ ਘਰੋਂ ਤੁਰਦੇ, ਉਹ ਆਉਂਦੇ ਨੇ, ਸਾਨੂੰ ਪਹਿਲੋਂ ਪੈ ਜਾਂਦੀ ਹੈ ਕਿਤੇ ਲੇਟ ਨਾ ਹੋ ਜਾਈਏ। ਬਾਬਾ ਜੀ ਦੇ ਕੰਨ 'ਚ ਜਾ ਕੇ ਪਹਿਲੋਂ ਕਹਿ ਦਿੰਦੇ ਆ ਜੀ ਥੋੜੀ ਛੇਤੀ ਕਰ ਦਿਓ। ਜ਼ਿੰਦਗੀਆਂ 'ਚ ਸਬਰ ਭਾਲਦੇ ਆ, ਕਿਤੇ ਲੇਟ ਨਾ ਹੋ ਜਾਏ। ਬਾਬਾ ਜੀ ਮਾਈਕ ਬੰਦ ਹੀ ਕਰ ਲਓ। ਫਿਰ ਜੇ ਸੱਜਣਾ ਮਾਈਕ ਬੰਦ ਕਰਕੇ ਹੀ ਤੂੰ ਬਾਣੀ ਪੜਾਉਣੀ ਸੀ, ਫਿਰ ਗੁਰੂ ਸਾਹਿਬ ਨੂੰ ਆਖ ਹੀ ਦਿੰਦਾ ਵੀ ਮਾਲਕਾ ਝੱਟ ਲੇਟ ਸਹੀ, ਪਰ ਚਰਨ ਉਦਣ ਪਾਈ ਜਿੱਦਣ ਮੈਂ ਸਬਰ ਨਾਲ ਸੁਣ ਸਕਾਂ, ਸਹਿਜ ਨਾਲ ਬਹਿ ਕੇ ਸੁਣ ਸਕਾਂ। ਮੈਂ ਤੇ ਰਿਸ਼ਤੇਦਾਰ ਖੁਸ਼ ਕਰਨੇ ਨੇ, ਗੁਰੂ ਥੋੜੀ ਪ੍ਰਸੰਨ ਕਰਨਾ ਸੀ। ਤੇ ਫਿਰ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਦੇ ਤਰੀਕੇ ਹੋਰ ਅਪਣਾ ਲਾ। ਗੁਰੂ ਦਾ ਆਸਰਾ ਲੈ ਕੇ ਰਿਸ਼ਤੇਦਾਰ ਖੁਸ਼ ਕਰਕੇ ਗੁਰੂ ਤੋਂ ਮੁਖ ਮੋੜੀ ਜਾਵੇਂ। ਫਿਰ ਕੋਈ ਹੋਰ ਕਰਮ ਕਰ ਲਾ। ਇਹ ਤੇ ਨਹੀਂ ਮੈਂ ਗੁਰੂ ਨੂੰ ਆਪਣੇ ਗ੍ਰਹਿ ਵਿਖੇ ਸਤਿਗੁਰੂ ਜੀ ਕੇ ਸਰੂਪ ਲੈ ਕੇ ਆਇਆ, ਮਾਲਕ ਜੀ ਅੱਗੇ ਅਰਜ਼ੋਈਆਂ ਕਰ ਕਰ ਲੈ ਕੇ ਆਇਆ। ਜਿਸ ਦਿਨ ਲੈ ਕੇ ਆਉਣਾ ਸੀ ਉਦਣ ਭਾਈ ਸਾਹਿਬ ਨੇ ਅਰਜ਼ੋਈ ਕਰਦਿਆਂ ਆਖਿਆ, ਜੀ ਆਪ ਜੀ ਦਾ ਸੇਵਕ ਪਰਿਵਾਰ
ਆਪ ਜੀ ਦੇ ਸਰੂਪਾਂ ਨੂੰ ਆਪਣੇ ਗ੍ਰਹਿ ਵਿਖੇ ਲਿਜਾਣ ਵਾਸਤੇ ਆਏ ਨੇ। ਆਪ ਜੀ ਕਿਰਪਾ ਕਰੋ। ਸੇਵਕ ਪਰਿਵਾਰ ਤੇ ਰਿਸ਼ਤੇਦਾਰ ਸੱਦਦਾ ਫਿਰਦਾ ਹੈ ਤੇ ਖਿਮਾ ਕਰਿਓ, ਸਾਨੂੰ ਓਨੀ ਖੁਸ਼ੀ ਗੁਰੂ ਕੇ ਚਰਨ ਪਏ ਦੀ ਨਹੀਂ ਹੋਈ ਜਿੰਨੀ ਅਸੀਂ ਰਿਸ਼ਤੇਦਾਰਾਂ ਦੇ ਆਉਣ ਵਿੱਚ ਨੱਚਦੇ ਫਿਰਦੇ ਆ। ਜਿੰਨੀ ਪ੍ਰਸੰਨਤਾ ਸਾਨੂੰ ਸਾਡੇ ਸਾਰੇ ਸਾਕ ਸੰਬੰਧੀਆਂ ਦੇ ਆਉਣ ਤੇ ਹੋਈ ਹੈ ਨਾ, ਓਨੀ ਗੁਰੂ ਕੇ ਆਉਣ ਤੇ ਨਹੀਂ ਸੀ ਹੋਈ। ਉਦੋਂ ਤੇ ਅਸੀਂ ਕੇਵਲ ਸੇਵਕ ਪਰਿਵਾਰ ਹੀ ਆਖਿਆ ਆਪਣੇ ਆਪ ਨੂੰ। ਮੈਨੂੰ ਤੇ ਪ੍ਰਸੰਨਤਾ ਮਿਲੀ ਨਹੀਂ ਵੀ ਮੇਰਾ ਗੁਰੂ ਮੇਰੇ ਘਰੇ ਚੱਲ ਕੇ ਆਇਆ। ਉਹ ਸਾਹਿਬ ਚੱਲ ਕੇ ਆਏ ਨੇ ਜਿਹੜੇ ਦੀਨ ਦੁਨੀਆ ਦੇ ਮਾਲਕ ਨੇ। ਬਾਦਸ਼ਾਹ ਸਾਡੇ ਘਰੇ ਚੱਲ ਕੇ ਆਇਆ। ਮੈਂ ਤੇ ਉਹਨਾਂ ਨੂੰ ਸੱਦਦਾ ਰਹਿ ਗਿਆ, ਉਹਨਾਂ ਨੂੰ ਜੀਓ ਆਇਆ ਆਖਦਾ ਰਹਿ ਗਿਆ, ਉਹਨਾਂ ਦਾ ਵੈਲਕਮ ਕਰਦਾ ਰਹਿ ਗਿਆ, ਉਹਨਾਂ ਦੇ ਚਾਹ ਪਾਣੀ ਲੰਗਰਾਂ ਵਿੱਚ ਹੀ ਉਲਝ ਕੇ ਰਹਿ ਗਿਆ। ਜੀ ਸਾਕ ਸੰਬੰਧੀ ਸੱਦੇ ਨੇ, ਸਤਿਗੁਰੂ ਕੋਲ ਤੇ ਬੈਠਾ ਹੀ ਨਹੀਂ। ਤੂੰ ਦੱਸ, ਚੰਦ ਰੁਪਈਆਂ ਵਾਲਾ ਤੇਰੇ ਲਈ ਭਲਾ ਹੈ ਕਿ ਦੁਨੀਆ ਦਾ ਬਾਦਸ਼ਾਹ ਤੇਰੇ ਲਈ ਵੱਡਾ ਹੈ? ਅਸੀਂ ਤੇ ਚੰਦ ਰੁਪਈਆਂ ਵਾਲਿਆਂ ਪਿੱਛੇ ਹੀ ਰਹਿ ਗਏ, ਬਾਦਸ਼ਾਹ ਕੋਲ ਤੇ ਬੈਠੇ ਹੀ ਨਹੀਂ ਸੀ। ਰਿਸ਼ਤੇਦਾਰ ਆਏ, ਕਿਸੇ ਨੂੰ ਨਹੀਂ ਕਿਹਾ ਜੀ ਆਓ ਆਪਾਂ ਬਹਿਨੇ ਆ ਗੁਰੂ ਕੇ ਚਰਨਾਂ ਵਿੱਚ, ਚਲੋ ਜੀ ਦੂਜੇ ਪਾਸੇ ਚਲੋ, ਆਪਾਂ ਉਧਰ ਬਹਿਨੇ। ਸਤਿਗੁਰੂ ਫਿਰ ਕਿਵੇਂ ਜ਼ਿੰਦਗੀਆਂ ਵਿੱਚ ਸਬਰ ਪਾਲਦੇ ਆ ਅਸੀਂ? ਸਕੂਨ ਕਿੱਥੋਂ ਲੱਭ ਰਹੇ ਆ? ਸਤਿਗੁਰੂ ਜੀ ਆਖਦੇ ਗੁਣ ਗਾਵਾ ਗੁਣ ਵਿਥਰਾ, ਗੁਣ ਬੋਲੀ ਮੇਰੀ ਮਾਏ, ਗੁਰਮੁਖ ਸੱਜਣ ਗੁਣਕਾਰੀਆ। ਮਿਲ ਸੱਜਣ ਹਰ ਗੁਣ ਗਾਏ। ਜਿਹੜੇ ਗੁਣਕਾਰੀ ਨੇ ਨਾ, ਗੁਰਮੁਖ ਸੱਜਣ ਨੇ ਜਿਹੜੇ, ਉਹਨਾਂ ਨਾਲ ਮਿਲ ਕੇ ਕਹਿੰਦੇ ਮੈਂ ਰੱਬ ਦੇ ਗੁਣ ਗਾਉਣ ਲੱਗ ਪਿਆ। ਹੀਰੇ ਹੀਰ ਮਿਲ ਬੇਧਿਆ, ਰੰਗ ਚਲੂਲੇ ਨਾਏ। ਹੀਰੇ ਨਾਲ ਹੀਰਾ ਮਿਲ ਕੇ ਵਿੰਨਿਆ ਗਿਆ ਤੇ ਨਾਮ ਦੇ ਗਾੜੇ ਸੁਰਖ ਰੰਗ ਵਿੱਚ ਮਨ ਰੰਗਿਆ ਗਿਆ। ਮਤਲਬ ਸਤਿਗੁਰੂ ਪਾਤਸ਼ਾਹ ਹੀਰੇ, ਉਹਨਾਂ ਦੇ ਬੋਲ ਹੀਰਾ। ਤੇ ਜਦੋਂ ਉਹਨਾਂ ਦੇ ਹੀਰੇ ਵਰਗੇ ਬਚਨਾਂ ਨਾਲ, ਗੁਰੂ ਕੇ ਸ਼ਬਦ ਰੂਪ ਰਤਨ ਦੇ ਨਾਲ ਜਦੋਂ ਮਨ ਵਿੰਨਿਆ ਗਿਆ, ਇਹ ਮਨ ਵੀ ਹੀਰਾ ਬਣ ਗਿਆ। ਤੇ ਉਸ ਸ਼ਬਦ ਦੇ ਨਾਲ ਡੂੰਗੀ ਸਾਂਝ ਮਨ ਦੀ ਬਣ ਗਈ ਤੇ ਮਨ ਨੂੰ ਜ਼ਿੰਦਗੀ ਵਿੱਚ ਟਿਕਾ ਮਿਲ ਗਿਆ। ਮਨ ਰੰਗੋ ਵਡ ਭਾਗੀ ਹੋ, ਗੁਰ ਤੁਠਾ ਕਰੇ ਪਸਾਓ। ਗੁਰ ਨਾਮ ਦਿਰੜਾਏ ਰੰਗ ਸਿਉ, ਹਉ ਸਤਿਗੁਰ ਕੈ ਬਲ ਜਾਓ। ਬਿਨ ਸਤਿਗੁਰ ਹਰ ਨਾਮ ਨਾ ਲੱਭਈ, ਲੱਖ ਕੋਟੀ ਕਰਮ ਕਮਾਓ। ਮਨ ਰੰਗੋ ਵੱਡ ਭਾਗੀ ਹੋ, ਗੁਰ ਤੁਠਾ ਕਰੇ ਪਸਾਓ। ਮਨ ਰੰਗਣੇ ਤੇ ਚੰਗੇ ਭਾਗਾਂ ਵਾਲਿਓ, ਆਪਣਾ ਮਨ ਰੰਗ ਲਓ। ਗੁਰੂ ਨੂੰ ਆਖੋ ਵੀ ਸਤਿਗੁਰੂ ਮਨ ਰੰਗ ਦੇ। ਪਰ ਸਾਹਿਬ ਜੀ ਵੱਲੋਂ ਨਾ ਇੱਕ ਬਚਨ ਆਖਿਆ ਜਾਂਦਾ, ਏ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲਬ ਰੰਗਾਏ। ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕੈ। ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ। ਹਉ ਸਦ ਕੁਰਬਾਨੈ ਜਾਉ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ
ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਤੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਪਰ ਜੇ ਕਿਤੇ ਉਹਨੂੰ ਭਾ ਜਾਈਏ, ਅੱਜ ਦਾ ਬੋਲ ਸਾਹਿਬ ਆਖਦੇ ਮਨ ਰੰਗੋ ਵੱਡ ਭਾਗੀ ਹੋ। ਕਿਵੇਂ ਰੰਗਿਆ ਜਾਏਗਾ? ਜੇ ਕਿਤੇ ਸਾਹਿਬ ਰਹਿਮਤ ਵਰਤਾਵੇ ਤੇ। ਗੁਰ ਤੁਠਾ ਕਰੇ ਪਸਾਓ, ਜੇ ਉਹ ਤਰੁੱਠ ਕੇ ਆਪ ਕਿਰਪਾ ਕਰਦੇ ਨਾ, ਫਿਰ ਇਹਦੇ ਉੱਤੇ ਉਹ ਮਜੀਠ ਦਾ ਰੰਗ ਚੜ੍ਹਦਾ। ਜੇ ਕਿਤੇ ਆਪ ਰਹਿਮਤ ਵਰਤਾ ਦੇ, ਲਾਲ ਸੁਰਖ ਗੂੜਾ ਸੂਹਾ ਰੰਗ, ਮਤਲਬ ਕਿ ਰੱਬ ਦੀ ਬੰਦਗੀ ਵਿੱਚ ਮਨ ਉਦਣ ਭੇਜਦਾ ਜਿੱਦਣ ਉਹ ਸਾਹਿਬ ਮਜੀਠ ਦਾ ਰੰਗ ਪਾਉਂਦਾ ਹੈ। ਨਹੀਂ ਤੇ ਮਾਇਆ ਦੀ ਤੇ ਪਾ ਚੜੀ ਹੋਈ ਇਹਨੂੰ। ਜੇ ਰੰਗ ਚਾਹੀਦਾ ਤੇ ਫਿਰ ਪਾਈਏ ਨਾਉ ਮਜੀਠ, ਉਧਰੋਂ ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਤੇ ਇੱਥੇ ਮਨ ਤੇ ਅਜੇ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਫਿਰ ਕਹਿੰਦੇ ਗੁਰ ਨਾਮ ਦ੍ਰਿੜਾਏ, ਰੰਗ ਸਿਉ ਹਉ ਸਤਿਗੁਰ ਕੈ ਬਲ ਜਾਉ। ਕਹਿੰਦੇ ਮੈਂ ਗੁਰੂ ਤੋਂ ਬਲਿਹਾਰ ਜਾਨਾ, ਕੁਰਬਾਨ ਜਾਨਾ, ਜਿਹਨੇ ਤਰੁੱਠ ਕੇ ਨਾਮ ਦਾ ਰੰਗ ਦ੍ਰਿੜ ਕਰਵਾ ਦਿੱਤਾ, ਰੱਬ ਦੀ ਬੰਦਗੀ ਦ੍ਰਿੜ ਕਰਵਾ ਦਿੱਤੀ। ਮੈਂ ਐਸੇ ਗੁਰੂ ਤੋਂ ਕੁਰਬਾਨ ਜਾਨਾ, ਬਲਿਹਾਰਨੇ ਜਾਨਾ, ਬਿਨ ਸਤਿਗੁਰ ਹਰ ਨਾਮ ਨਾ ਲੱਭਈ। ਰੱਬ ਦੇ ਨਾਮ, ਗੁਰੂ ਤੋਂ ਬਿਨਾ ਰੱਬ ਦਾ ਨਾਮ ਲਈ ਨਹੀਂ ਲੱਭਦਾ। ਲੱਖ ਕੋਟੀ ਕਰਮ ਕਮਾਓ, ਮੈਂ ਭਾਵੇਂ ਕਰੋੜਾਂ ਕਰਮ ਕਿਉਂ ਨਾ ਕਮਾ ਲਾਂ, ਮੈਨੂੰ ਰੱਬ ਦੀ ਬੰਦਗੀ ਨਹੀਂ ਮਿਲੇਗੀ ਜਿੰਨਾ ਚਿਰ ਗੁਰੂ ਕੇ ਦਰ ਤੇ ਆਉਣਾ ਆ ਨਹੀਂ ਜਾਂਦਾ। ਨਾਲ ਨਾਲ ਮੈਂ ਇਤਿਹਾਸ ਦਾ ਵੀ ਉਹ ਪੱਖ ਰੱਖਦਾ ਚੱਲਾਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਹੈ। ਸਤਿਗੁਰੂ ਕਲਗੀਧਰ ਸਾਹਿਬ ਜੀ ਤਕਰੀਬਨ ਸਰੀਰ ਕਰਕੇ ਜਿਹੜੀ ਉਮਰ ਉਹ 41 ਕੁ ਸਾਲਾਂ ਦੀ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ। ਪਰ ਸਾਹਿਬ ਜੀ ਨੇ 41 ਸਾਲਾਂ ਵਿੱਚ ਸਾਨੂੰ ਬਹੁਤ ਕੁਝ ਦਿੱਤਾ ਸਰੀਰ ਕਰਕੇ। ਦੇ ਤੇ ਅੱਜ ਵੀ ਗੁਰੂ ਕਲਗੀਧਰ ਸਾਹਿਬ ਹੀ ਰਹੇ ਨੇ, ਅੱਜ ਵੀ ਗੁਰੂ ਨਾਨਕ ਜੀ ਰਹਿਮਤ ਵਰਤਾ ਰਹੇ, ਪਰ ਮੈਂ ਸਰੀਰ ਕਰਕੇ ਜ਼ਿਕਰ ਕਰ ਰਿਹਾ, ਕੇਵਲ ਸਰੀਰਕ ਉਮਰ ਜਿਹੜੀ ਸਾਹਿਬ ਨੇ ਗੁਜ਼ਾਰੀ। 41 ਸਾਲਾਂ ਵਿੱਚ ਸਾਹਿਬ ਗੁਰੂ ਕਲਗੀਧਰ ਸਾਹਿਬ ਜੀ 14 ਜੰਗਾਂ ਕਰਦੇ ਨੇ। ਤਕਰੀਬਨ 1688 ਤੋਂ ਸ਼ੁਰੂਆਤ ਹੁੰਦੀ, ਫਿਰ 1708 ਤੱਕ ਜੰਗਾਂ ਹੀ ਜੰਗਾਂ ਨੇ। ਪਰ ਜੇ ਗੁਰੂ ਕਲਗੀਧਰ ਸਾਹਿਬ ਜੀ ਵਰਗਾ ਸਬਰ ਪਰਖਣਾ ਹੋਵੇ ਤੇ ਫਿਰ ਸਬਰ ਵੀ ਕਿਸੇ ਕੋਲ ਨਹੀਂ। ਪਿਤਾ ਆਪਣੇ ਹੱਥੀਂ ਤੋਰਨੇ ਖੁਦ ਕਹਿ ਕੇ ਆਪ ਜੀ ਨੂੰ ਜਾਣਾ ਚਾਹੀਦਾ ਹੈ। ਆਪ ਜੀ ਤੋਂ ਵੱਡਾ ਕੌਣ ਹੋ ਸਕਦਾ ਹੈ? ਉਸ ਤੋਂ ਬਾਅਦ ਕੋਈ ਹਫੜਾ ਦਫੜੀ ਕੁਛ ਨਹੀਂ। ਇਹ ਨਹੀਂ ਕਿ ਸਰਕਾਰ ਨਾਲ ਮੱਥਾ ਲਾ ਕੇ ਬਹਿ ਗਏ ਵੀ ਤੁਸੀਂ ਬੁਰਾ ਕੀਤਾ। ਉਦੋਂ ਬਾਅਦ ਵਿੱਚ ਵੀ ਜੇ ਯੁੱਧ ਹੁੰਦਾ, ਭੰਗਾਣੀ ਦੀ ਜੰਗ ਹੁੰਦੀ ਹੈ ਤੇ ਉਹਨਾਂ ਵੱਲੋਂ ਵਧੀਕੀ ਕੀਤੀ ਜਾਂਦੀ, ਸਤਿਗੁਰੂ ਜਵਾਬ ਦਿੰਦੇ ਨੇ।
ਮਾਲਕ ਆਪ ਨਹੀਂ ਚੜ ਕੇ ਗਏ। 14 ਦੀਆਂ 14 ਜੰਗਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ, ਗੁਰੂ ਕਲਗੀਧਰ ਸਾਹਿਬ ਵੱਲੋਂ ਇੱਕ ਵੀ ਜੰਗ ਆਰੰਭ ਨਹੀਂ ਹੋਈ, ਇੱਕ ਵੀ ਨਹੀਂ। ਸਾਰੀਆਂ ਜਵਾਬ ਹੀ ਹੈ, ਜਾਂ ਸਾਰੀਆਂ ਚੜ ਕੇ ਆਈਆਂ ਫੌਜਾਂ ਨੂੰ ਰੋਕਿਆ ਹੈ, ਆਪ ਕਿਸੇ ਤੇ ਚੜ ਕੇ ਹਮਲਾ ਕਰਨ ਨਹੀਂ ਗਏ। ਜਦੋਂ ਵੀ ਆਏ ਜਾਂ ਉਹ ਪਿੱਛੋਂ ਚੜ ਕੇ ਆ ਗਏ, ਜਦੋਂ ਵੀ ਆਏ ਉਹਨਾਂ ਆ ਕੇ ਘੇਰਾ ਪਾ ਲਿਆ। ਸਾਹਿਬ ਦੀ ਜ਼ਿੰਦਗੀ ਵਿਚਲਾ ਸਬਰ ਕਿਤੇ ਨਾ ਕਿਤੇ ਕਹਿ ਸਕਦੇ ਆ, ਮਾਂ ਤੇ ਪਿਤਾ ਨੇ ਜਾਂ ਮਾਂ ਔਰ ਬਾਪੂ ਨੇ ਆਪਣੀ ਜ਼ਿੰਦਗੀ ਵਿੱਚ ਸਬਰ ਕਮਾਇਆ, ਗੁਰੂ ਕਲਗੀਧਰ ਸਾਹਿਬ ਕੋਲ ਸਬਰ ਆਇਆ। ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰੀ ਜੀ ਕਿੰਨਾ ਸਬਰ ਕਰਕੇ ਬੈਠੇ ਨੇ। ਮਾਂ ਗੁਜਰੀ ਨੇ ਕਿੰਨਾ ਸਬਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਮਾਂ ਗੁਜਰੀ ਕੋਲ ਸਬਰ ਹੀ ਸਬਰ ਹੈ। ਨਾ ਕਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਘਰ 'ਚ ਪੁੱਤਰ ਆਵੇ, ਨਾ ਗੁਰੂ ਹਰ ਰਾਏ ਸਾਹਿਬ ਨੂੰ ਕਿਹਾ, ਨਾ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕਿਹਾ। ਇੱਥੋਂ ਤੱਕ ਗੁਰੂ ਜੋਤ ਸਿਰ ਦੇ ਸਾਈਂ ਕੋਲ ਆ ਗਈ, ਸਿਰ ਦੇ ਸਾਈਂ ਨੂੰ ਵੀ ਜਾ ਕੇ ਕਦੇ ਇਹ ਨਹੀਂ ਸੀ ਆਖਿਆ ਸਿਰ ਦੇ ਆ ਸਾਈਆਂ ਹੁਣੀ ਕੁੱਖ ਨੂੰ ਭਾਗ ਲਾ ਦਿਓ, ਘਰੇ ਪੁੱਤਰ ਹੋਵੇ। ਸਬਰ ਉਸ ਸਾਹਿਬ ਨੇ ਜਦੋਂ ਦਾਤ ਦਿੱਤੀ ਤੇ ਸਪਸ਼ਟ ਹੈ, ਬਜ਼ੁਰਗ ਐਵੇਂ ਨਹੀਂ ਕਹਿੰਦੇ ਵੀ ਸਬਰ ਦਾ ਫਲ ਬੜਾ ਮਿਠਾਸ ਵਾਲਾ ਹੁੰਦਾ। ਤੇ ਵਾਕਈ ਉਹ ਜਿਹੜਾ ਸਬਰ ਕੀਤਾ ਹੋਇਆ ਨਾ, ਤੇ ਜਦੋਂ ਉਹਦੇ ਰੂਪ ਵਜੋਂ ਫਲ ਮਿਲਣ ਲੱਗਾ ਤੇ ਗੁਰੂ ਕਲਗੀਧਰ ਵਰਗਾ ਪੁੱਤਰ ਕਿਸ ਨੂੰ ਮਿਲ ਜਾਣਾ। ਸਤਿਗੁਰੂ ਜੀ ਨੇ ਜੀਵਨ ਆਰੰਭਿਆ, ਬੜੇ ਸਾਹਿਬ ਕੌਤਕ ਵਰਤਾਉਂਦੇ। ਪਟਨਾ ਸਾਹਿਬ ਦੀ ਧਰਤੀ ਤੇ ਵਿਚਰਦਿਆਂ ਬੜੇ ਕੌਤਕ ਸਤਿਗੁਰੂ ਜੀ ਬਾਲ ਉਮਰ ਵਿੱਚ, ਬਾਲ ਕੌਤਕ, ਬਾਲ ਲੀਲਾ ਜਿਹਨੂੰ ਆਪਾਂ ਕਹਿੰਦੇ, ਬੜੇ ਕੌਤਕ ਵਰਤਾਏ। ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਬੜੀਆਂ ਰਹਿਮਤਾਂ ਸਤਿਗੁਰੂ ਵਰਤਾਉਂਦੇ। ਕਿਸੇ ਨਾਲ ਕੋਈ ਵੈਰ ਨਹੀਂ, ਕੋਈ ਦੁਸ਼ਮਣੀ ਨਹੀਂ, ਪਿਤਾ ਨੂੰ ਸ਼ਹੀਦ ਕਰਨ ਵਾਲਿਆਂ ਨਾਲ ਵੀ ਵੈਰ ਨਹੀਂ ਹੈ। ਇਹ ਥੋੜੀ ਵੀ ਪਿਤਾ ਜੀ ਨੂੰ ਜੇ ਸ਼ਹੀਦ ਔਰੰਗਜ਼ੇਬ ਕਰਵਾ ਰਿਹਾ ਤੇ ਸਤਿਗੁਰੂ ਨੇ ਆਖਿਆ ਔਰੰਗਜ਼ੇਬ ਨੂੰ, ਔਰੰਗਜ਼ੇਬ ਤੇਰੇ ਨਾਲ ਵੈਰ ਪੈ ਗਿਆ, ਸਾਡਾ ਹੁਣ ਤੂੰ ਬਚ ਕੇ ਰਹੀਂ। ਨਹੀਂ, ਔਰੰਗਜ਼ੇਬ ਵੱਲੋਂ ਫਿਰ ਵਧੀਕੀਆਂ। ਉਹ ਤੇ ਜਦੋਂ ਜ਼ਬਰ ਦੀ ਹੱਦ ਹੋ ਗਈ, ਫਿਰ ਜਾ ਕੇ ਸਤਿਗੁਰੂ ਜ਼ਫਰਨਾਮਾ ਲਿਖ ਕੇ ਕਹਿੰਦੇ, ਔਰੰਗਜ਼ੇਬ ਤੂੰ ਆਪਣੀ ਹੱਦ ਕੀਤੀ ਹੈ। ਤੇ ਅੱਜ ਵੀ ਗੁਰੂ ਗੋਬਿੰਦ ਸਿੰਘ ਉਸੇ ਤਰ੍ਹਾਂ ਸਬਰ ਦੇ ਵਿੱਚ ਹੈ, ਸ਼ੁਕਰ ਵਿੱਚ ਹੈ। ਜੇ ਅੱਜ ਤੇਰੇ ਕੋਲ ਕੋਈ ਬਲ ਤੇ ਤਾਕਤ ਹੈ, ਮੈਂ ਤੇਰਾ ਅੱਜ ਵੀ ਮੁਕਾਬਲਾ ਕਰਨ ਨੂੰ ਤਿਆਰ ਖੜਾ। ਸਤਿਗੁਰੂ ਜੀ ਵੱਲੋਂ ਜ਼ਫਰਨਾਮਾ ਲਿਖਣਾ, ਔਰੰਗਜ਼ੇਬ ਦਾ ਜ਼ਫਰਨਾਮੇ ਨੂੰ ਪੜ੍ਹਨਾ, ਆਪਣੀ ਇੱਛਾ ਨੂੰ ਪ੍ਰਗਟ ਕਰਨਾ ਵੀ ਹੁਣ ਕਿਤੇ ਇਹ ਐਵੇਂ ਹੀ ਨਾ ਜੀਵਨ ਲੰਘ ਜਾਏ, ਪਾਪ ਤੇ ਬੜੇ ਖੱਟੇ, ਤੁਸੀਂ ਰਹਿਮਤ ਕਰੋ, ਆਪਣੇ ਦਦਾਰ ਬਖਸ਼ੋ। ਸਤਿਗੁਰੂ ਉਸ ਪਾਸੇ ਨੂੰ ਜਾਂਦੇ, ਮੁਕਤਸਰ ਸਾਹਿਬ ਦੀ ਧਰਤੀ ਤੋਂ ਨੰਦੇੜ ਸਾਹਿਬ ਵੱਲ ਨੂੰ ਜਦੋਂ ਜਾਂਦੇ ਨੇ, ਤੇ ਨੰਦੇੜ ਸਾਹਿਬ ਵੱਲ ਨੂੰ ਜਾਂਦਿਆਂ ਰਸਤੇ ਵਿੱਚ ਸਤਿਗੁਰੂ ਜੀ ਜਦੋਂ ਔਰੰਗਜ਼ੇਬ ਨੂੰ ਮਿਲਣ ਚੱਲੇ ਤੇ ਰਾਹ 'ਚ ਖਬਰ ਮਿਲਦੀ ਵੀ ਔਰੰਗਜ਼ੇਬ ਚੜ੍ਹਾਈ ਕਰ ਗਿਆ, ਮਰ ਗਿਆ ਉਹ। ਤੇ ਫਿਰ ਸਤਿਗੁਰੂ ਨੰਦੇੜ ਸਾਹਿਬ ਵੱਲ ਨੂੰ ਜਾਂਦੇ। ਉੱਥੇ ਜਾ ਕੇ ਸਤਿਗੁਰੂ ਜੀ ਨਿਤਾ ਪ੍ਰਤੀ ਨੇਮ ਆਪਣਾ ਨਿਭਾਉਂਦੇ, ਪਰ ਵਜ਼ੀਰ ਖਾਂ ਅੰਦਰ ਈਰਖਾ ਲੈ ਕੇ ਬੈਠਾ, ਮੈਂ ਕਲਗੀਧਰ ਸਾਹਿਬ ਨੂੰ ਫੜਨਾ ਹੈ, ਜਾਂ ਉਹਨਾਂ ਨੂੰ ਜਿਉਂਦਿਆਂ ਤੇ ਜਾਂ ਮੁਰਦੇ ਰੂਪ ਵਜੋਂ ਕਲਗੀਧਰ ਸਾਹਿਬ ਨੂੰ ਫੜਨਾ।
ਵਜ਼ੀਰ ਖਾਂ ਇਹ ਸੋਚ ਲੈ ਕੇ ਬੈਠਾ, ਹਾਲਾਂਕਿ ਮੁਕਤਸਰ ਸਾਹਿਬ ਦੀ ਜੰਗ ਤੋਂ ਪਹਿਲਾਂ ਵਜ਼ੀਰ ਖਾਂ ਹੋਣਾ ਤੱਕ ਔਰੰਗਜ਼ੇਬ ਦੇ ਪੱਤਰ ਪਹੁੰਚ ਚੁੱਕੇ ਨੇ ਕਿ ਗੁਰੂ ਕਲਗੀਧਰ ਸਾਹਿਬ ਨੂੰ ਰੋਕਿਆ ਨਾ ਜਾਏ, ਜਿਸ ਪਾਸੇ ਚਾਹਣ ਉਸ ਪਾਸੇ ਜਾ ਕੇ ਵਿਚਰਨ, ਉਹ ਖੁਦ ਪੀਰ ਰੂਪ ਨੇ। ਪਰ ਵਜ਼ੀਰ ਖਾਂ ਮੰਨਣ ਨੂੰ ਤਿਆਰ ਨਹੀਂ। ਜਦੋਂ ਜ਼ਫਰਨਾਮੇ ਦੀ ਚਿੱਠੀ ਪਹੁੰਚਦੀ ਹੈ ਔਰੰਗਜ਼ੇਬ ਕੋਲ, ਔਰੰਗਜ਼ੇਬ ਪੜ੍ਹਦਾ ਹੈ। ਜ਼ਫਰਨਾਮਾ ਪੜ੍ਹਨ ਤੋਂ ਬਾਅਦ ਵਿੱਚ ਭਾਈ ਦਇਆ ਸਿੰਘ ਜੀ ਹੁਣਾਂ ਦੇ ਹੱਥ ਹੁਕਮਨਾਮੇ ਵੀ ਭਜਵਾਉਂਦਾ ਹੈ, ਆਪਣੇ 2 ਸੇਵਕ ਭੇਜਦਾ ਨਾਲ ਕਿ ਸਾਰੇ ਬਾਦਸ਼ਾਹਾਂ ਤੱਕ ਆਹ ਹੁਕਮ ਮੇਰੇ ਭੇਜਵਾ ਦਿਓ ਕਿ ਔਰੰਗਜ਼ੇਬ ਦਾ ਹੁਕਮ ਹੈ ਕਲਗੀਧਰ ਸਾਹਿਬ ਨੂੰ ਰੋਕਿਆ ਨਾ ਜਾਏ। ਜਿਸ ਪਾਸੇ ਜਾਣ ਉਹ ਵਿਚਰਨ, ਜਿਸ ਇਲਾਕੇ ਵਿੱਚ ਜਾਣਾ ਚਾਹਣ ਸਾਰਾ ਇਲਾਕਾ ਉਹਨਾਂ ਦਾ ਹੈ, ਜਿਸ ਪਾਸੇ ਮਰਜ਼ੀ ਜਾਣ, ਉਹਨਾਂ ਨੂੰ ਕੋਈ ਰੋਕੇ ਨਾ, ਨਾ ਉਹਨਾਂ ਤੇ ਕੋਈ ਹਮਲਾ ਕਰੇ, ਨਾ ਕੋਈ ਹੱਲਾ, ਕੁਝ ਵੀ ਨਹੀਂ। ਉਹ ਔਰੰਗਜ਼ੇਬ ਲਿਖ ਦਿੰਦਾ ਹੈ, ਪਰ ਵਜ਼ੀਰ ਖਾਂ ਨਹੀਂ ਹਟਿਆ। ਖਿਦਰਾਣੇ ਦੀ ਢਾਬ ਤੋਂ ਹਾਰਿਆ, ਮਨ ਅੰਦਰ ਵੈਰ ਹੋਰ ਪੱਕਾ ਹੋ ਗਿਆ ਕਿ ਮੈਂ ਕਲਗੀਧਰ ਸਾਹਿਬ ਨੂੰ ਹੁਣ ਬਿਨਾਂ ਮੌਤ ਦੇ ਘਾਟ ਉਤਾਰਿਆ ਟਿਕ ਕੇ ਨਹੀਂ ਬਹਿਣਾ। ਭੇਜ ਤੇ 2, ਜਮਸ਼ੇਦ ਖਾਂ ਤੇ ਗੁਲ ਖਾਂ, ਇਹ ਉਹਦੇ ਹੀ ਸਿਖਾਏ ਹੋਏ ਨੇ, ਉਹਦੇ ਹੀ ਭੇਜੇ ਹੋਏ ਨੇ। ਗਏ ਦੋਵੇਂ ਜਣੇ ਪਹਿਲੋਂ ਤੇ ਜਾ ਕੇ, ਹਾਲਾਂਕਿ ਸਤਿਗੁਰੂ ਜੀ ਜਾਣਦੇ ਨੇ, ਸਭ ਕੁਝ ਜਾਣਦੇ, ਪਰ ਉਹ ਵੀ ਮੌਕੇ ਦੀ ਤਲਾਸ਼ ਵਿੱਚ ਨੇ ਕਿ ਮੌਕਾ ਕਦੋਂ ਬਣੇ। ਸਾਹਿਬ ਜੀ ਦਾ ਵਰਤਾਇਆ ਇਹ ਕੌਤਕ ਵੀ ਸਾਨੂੰ ਕਿਤੇ ਨਾ ਕਿਤੇ ਜਾ ਕੇ ਸਮਝਾਉਂਦਾ ਇਹੋ ਹੈ ਕਿ ਜਿੱਥੇ ਵੈਰ ਹੋਵੇ ਉਹਨੂੰ ਕਦੇ ਕਮਜ਼ੋਰ ਨਾ ਸਮਝੋ। ਚਾਣਕਿਆ ਨੀਤੀ ਦੇ ਵਿੱਚ ਨਾ ਇੱਕ ਗੱਲ ਲਿਖਦਾ, ਕਹਿੰਦੇ ਆਪਣੇ ਤੋਂ ਬਲਵਾਨ ਤੋਂ ਕਦੇ ਡਰ ਕੇ ਨਹੀਂ ਰਹਿਣਾ ਚਾਹੀਦਾ। ਆਪਣੇ ਤੋਂ ਬਲਵਾਨ ਨਾਲੋਂ ਕਦੇ ਨਹੀਂ ਡਰਨਾ ਚਾਹੀਦਾ। ਜੇ ਡਰਨਾ ਤੇ ਆਪਣੇ ਕਮਜ਼ੋਰ ਕੋਲੋਂ ਡਰੋ, ਆਪਣੇ ਤੋਂ ਮਾੜੇ ਤੋਂ ਡਰੋ। ਜੇ ਡਰਨਾ ਹੈ ਤੇ ਆਪਣੇ ਤੋਂ ਬਲਵਾਨ ਤੇ ਜਾਣਦਾ ਹੈ ਮੈਂ ਜਿੱਥੇ ਮਰਜ਼ੀ ਇਹਦੇ ਨਾਲ ਮੱਥਾ ਲਾ ਲਾਂ ਇਹਨੇ ਹਾਰ ਹੀ ਜਾਣਾ ਹੈ। ਆਪਣੇ ਤੋਂ ਕਮਜ਼ੋਰ ਇਹ ਗੱਲ ਜਾਣਦਾ ਹੈ ਮੈਂ ਜਿੱਥੇ ਵੀ ਮੱਥਾ ਲਾਵਾਂਗਾ ਮੈਂ ਹਾਰ ਜਾਣਾ ਹੈ। ਕਮਜ਼ੋਰ ਇਹ ਗੱਲ ਜਾਣਦਾ ਹੈ, ਬਲਵਾਨ ਜਾਣਦਾ ਇਹਨੇ ਹਾਰ ਜਾਣਾ ਹੈ, ਕਮਜ਼ੋਰ ਜਾਣਦਾ ਮੈਂ ਹਾਰ ਜਾਣਾ ਹੈ। ਤੇ ਉਹ ਲਿਖਦਾ ਕਹਿੰਦਾ ਹੈ ਬਲਵਾਨ ਜਦੋਂ ਤੁਸੀਂ ਬਲ ਵਿੱਚ ਹੋਵੋਗੇ ਉਹ ਤੁਹਾਡੇ ਨਾਲ ਉਦੋਂ ਮੁਕਾਬਲਾ ਕਰੇਗਾ, ਕਮਜ਼ੋਰ ਤੁਹਾਡੇ ਮਾੜੇ ਸਮੇਂ ਦੀ ਤਲਾਸ਼ ਕਰੇਗਾ। ਉਹ ਤੁਹਾਡੇ ਮਾੜੇ ਸਮੇਂ ਦੀ ਤਲਾਸ਼ ਕਰੇਗਾ ਵੀ ਇਹ ਕਮਜ਼ੋਰ ਕਦੋਂ ਹੁੰਦਾ ਹੈ। ਜਦੋਂ ਤੁਸੀਂ ਕਮਜ਼ੋਰ ਹੋਵੋਗੇ ਤੁਹਾਡੇ ਤੋਂ ਮਾੜਾ ਤੁਹਾਡੇ ਤੇ ਉਦੋਂ ਹਮਲਾ ਕਰੇਗਾ, ਜਦੋਂ ਉਹ ਹਮਲਾ ਕਰੇਗਾ ਫਿਰ ਅਸੀਂ ਸੰਭਲ ਨਹੀਂ ਪਾਵਾਂਗੇ, ਉਹ ਮਾਰ ਜਾਏਗਾ। ਇਸ ਲਈ ਆਪਣੇ ਤੋਂ ਮਾੜੇ ਤੋਂ ਡਰ ਕੇ ਰਹਿਣਾ ਚਾਹੀਦਾ। ਇਹ ਚਾਣਕਿਆ ਨੀਤੀ ਕਹਿੰਦੀ ਹੈ। ਗੁਰੂ ਕਲਗੀਧਰ ਸਾਹਿਬ ਵੱਲੋਂ ਇਹ ਜਿੰਨਾ ਵੀ ਕੌਤਕ ਵਰਤਾਇਆ ਜਾਂ ਸਾਹਿਬ ਜੀ ਦੀ ਰਜ਼ਾ ਵਿੱਚ ਰਾਜੀ ਰਹਿਣ ਦਾ ਕੌਤਕ ਹੈ ਤੇ ਵੈਰੀ ਹੈ ਨਾ, ਦੁਸ਼ਮਣੀ ਹੈ। ਵੈਰ ਲੈ ਕੇ ਆ ਗਿਆ। ਸਾਹਿਬ ਨੇ ਆਪਣੇ ਕੋਲ ਪਨਾਹ ਵੀ ਦਿੱਤੀ ਵੀ ਜੇ ਵੈਰੀ ਵੀ ਆ ਕੇ ਪਨਾਹ ਮੰਗੇ ਤੇ ਅਸੀਂ ਇਨਕਾਰੀ ਨਹੀਂ ਹੁੰਦੇ। ਉਹ ਮੌਕੇ ਦੀ ਤਲਾਸ਼ ਵਿੱਚ ਬੈਠੇ ਔਰ ਮੌਕੇ ਦੀ ਤਲਾਸ਼ ਕਰਦਿਆਂ ਵੇਖਿਆ ਜਦੋਂ ਗੁਰੂ ਕਲਗੀਧਰ ਸਾਹਿਬ ਇਕੱਲੇ ਨੇ ਤੇ ਸਾਹਿਬ ਉੱਤੇ ਹਮਲਾ ਕਰਦੇ, ਸਾਹਿਬ ਦੀ ਵਖੀ ਦੇ ਵਿੱਚ ਛੁਰਾ ਖੋਭਦੇ ਨੇ। ਉਹ ਸਤਿਗੁਰੂ ਦੇ ਸਰੀਰ ਉੱਤੇ ਫੱਟ ਗਹਿਰਾ ਵੱਜਦਾ। ਪਰ ਸਾਹਿਬ ਦੀ ਇੱਕ ਇਹ ਵੀ ਕਾਰਨ ਕਹਿ ਸਕਦੇ ਹਾਂ ਵੀ ਸਾਨੂੰ ਹਰ ਵਕਤ ਆਪਣੇ ਕੋਲ ਸ਼ਸਤਰ ਰੱਖਣ ਦਾ ਹੁਕਮ ਕਿਉਂ ਹੈ, ਆ ਕਾਰਨ ਹੈ। ਨਹੀਂ ਪਤਾ ਵੈਰੀ ਕਦੋਂ ਚੜ ਕੇ ਆ ਜਾਏ ਤੇ ਕਦੋਂ ਉਹਦੇ ਉੱਤੇ ਸਾਨੂੰ ਪਲਟ ਵਾਰ ਕਰਨਾ ਪੈ ਜਾਏ। ਇਹ ਥੋੜੀ ਵੀ ਵੈਰੀ ਹਮਲਾ ਕਰੇ ਤੇ ਅਸੀਂ ਆਪਣੇ ਸ਼ਸਤਰ ਲੱਭਣ ਲੱਗ ਜੀਏ ਵੀ ਮੈਂ ਹੁਣ ਸ਼ਸਤਰ ਲੱਭ ਲਾਂ ਪਹਿਲੋਂ। ਹਰ ਟਾਈਮ ਸ਼ਸਤਰ ਧਾਰੀ ਰੱਖਣ ਦਾ ਕਾਰਨ ਵੀ ਜੇ ਵੈਰੀ ਹੱਲਾ ਕਰੇ ਤੇ ਤੁਹਾਡੇ ਫੱਟ ਮਾਰ ਵੀ ਜਾਏ,
ਤੁਹਾਡੇ ਹੱਥਾਂ ਵਿਚਲਾ ਸ਼ਸਤਰ ਉਹਨੂੰ ਜਿਉਂਦਾ ਜਾਣ ਨਾ ਦਏ। ਉਸੇ ਥਾਂ ਤੇ ਸਾਹਿਬ ਵੱਲੋਂ ਸਿਰ ਧੜ ਨਾਲੋਂ ਵੱਖਰਾ ਕਰਤਾ। ਇੱਕ ਉੱਥੇ ਹੀ ਮੌਤ ਦੇ ਘਾਟ ਉਤਾਰਿਆ, ਦੂਜਾ ਦੌੜਨ ਲੱਗਦਾ, ਉਹਨਾਂ ਸਿੰਘਾਂ ਜਾਣ ਨਹੀਂ ਦਿੱਤਾ, ਉੱਥੇ ਹੀ ਝਟਕਾ ਮਾਰਿਆ। ਸਾਹਿਬ ਦੇ ਸਰੀਰ ਉੱਤੇ ਲੱਗਾ ਫੱਟ ਗਹਿਰਾ ਸੀ, ਲਹੂ ਸਰੀਰ ਵਿੱਚੋਂ ਬੜਾ ਸਿਮਿਆ। ਚੰਗੇ ਵੈਦ ਮੰਗਵਾਏ ਗਏ, ਮੰਗਵਾ ਕੇ ਚੰਗੇ ਵੈਦ ਬਹਾਦਰ ਸ਼ਾਹ ਵੱਲੋਂ ਵੀ ਵੈਦ ਭੇਜੇ ਗਏ ਵੀ ਤੁਸੀਂ ਗੁਰੂ ਕਲਗੀਧਰ ਸਾਹਿਬ ਦਾ ਇਲਾਜ ਕਰਨਾ, ਮਲਮ ਪੱਟੀ ਚੰਗੀ ਕਰੋ। ਚੰਗੀ ਮਲਮ ਪੱਟੀ ਹੋਈ, ਸਰੀਰ ਦੇ ਫੱਟ ਇੱਕ ਵਾਰ ਮਿਲ ਗਏ, ਪਰ ਅਜੇ ਜ਼ਖਮ ਅੱਲੇ ਨੇ, ਅਜੇ ਜ਼ਖਮ ਕੱਚੇ ਨੇ। ਸ਼ਸਤਰਾਂ ਦਾ ਜਿਹੜਾ ਅਭਿਆਸ ਹੈ ਨਾ, ਸਤਿਗੁਰੂ ਉਹਨੂੰ ਛੱਡਣਾ ਨਹੀਂ ਚਾਹੁੰਦੇ। ਸ਼ਾਇਦ ਪਹਿਲਾਂ ਵੀ ਆਪ ਜੀ ਅੱਗੇ ਬੇਨਤੀ ਕੀਤੀ ਸੀ, ਗੁਰੂ ਕਲਗੀਧਰ ਸਾਹਿਬ ਜੀ ਸ਼ਸਤਰਾਂ ਨੂੰ ਬਹੁਤ ਪਿਆਰ ਕਰਦੇ, ਬੜਾ ਪਿਆਰ ਕਰਦੇ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਦਾ ਵੀ ਬੜਾ ਪ੍ਰੇਮ ਹੈ। ਐਵੇਂ ਨਹੀਂ ਗੁਰੂ ਕਲਗੀਧਰ ਸਾਹਿਬ ਨੇ ਆਖਿਆ ਸੀ ਜਾਂ ਸਾਹਿਬ ਜੀ ਦੇ ਰਸਨਾ ਤੋਂ ਵੀ ਜਿਹੜਾ ਸ਼ਸਤਰਧਾਰੀ ਹੋ ਕੇ ਆਏਗਾ ਸਾਡਾ ਉਹ ਵੱਧ ਪਿਆਰਾ ਤੇ ਸਾਡਾ ਪ੍ਰੇਮ ਉਹ ਹਾਸਲ ਕਰੇਗਾ। ਸ਼ਸਤਰਾਂ ਨਾਲ ਬੜਾ ਲਗਾਵ। ਤਕਰੀਬਨ ਇਤਿਹਾਸਕਾਰ ਦੱਸਦੇ ਨੇ ਸਤਿਗੁਰੂ ਨੇ ਆਪਣੇ ਜੀਵਨ ਵਿੱਚ 212 ਤਰ੍ਹਾਂ ਦੇ ਸ਼ਸਤਰਾਂ ਦੀ ਵਰਤੋਂ ਕੀਤੀ ਹੈ, ਜੋ ਗੁਰੂ ਕਲਗੀਧਰ ਸਾਹਿਬ ਨੇ ਆਪਣੇ ਹੱਥੀਂ ਚਲਾਏ ਨੇ। 212 ਤਰ੍ਹਾਂ ਦੇ ਸ਼ਸਤਰ। ਉਹ ਸ਼ਸਤਰਾਂ ਨਾਲ ਪ੍ਰੇਮ ਕਰਨ ਵਾਲੇ ਸਾਹਿਬ ਗੁਰੂ ਕਲਗੀਧਰ ਸਾਹਿਬ, ਇਹ ਵੀ ਨਹੀਂ ਕਿ ਕਮਜ਼ੋਰ ਤੋਂ ਕਮਜ਼ੋਰ, ਮਾੜੇ ਤੋਂ ਮਾੜਾ ਨਹੀਂ। ਜਦੋਂ ਵੀ ਸ਼ਸਤਰ ਚਲਾਉਣਾ ਤੇਜ ਧਾਰ ਤੇ ਬਲ ਵਾਲਾ ਹੀ ਚਲਾਉਣਾ ਹੈ। ਕਦੇ ਕਮਜ਼ੋਰ ਸ਼ਸਤਰ ਨਹੀਂ ਸੀ ਸਾਹਿਬ ਨੇ ਵਰਤੇ। ਤੇ ਜਿਸ ਦਿਨ ਸਿੱਖ ਲਿਆ ਕੇ ਭੇਟਾ ਕਰਦੇ ਨੇ ਕਮਾਨ, ਕਮਾਨ ਭੇਟਾ ਕੀਤਾ, ਕੁਝ ਕੁ ਮਨ ਵਿੱਚ ਸ਼ੰਕੇ ਵੀ ਉਪਜੇ, ਐਡਾ ਭਾਰੀ ਕਮਾਨ ਚਲਾਏਗਾ ਕੌਣ? ਗੁਰੂ ਕਲਗੀਧਰ ਸਾਹਿਬ ਨੇ ਉਹ ਸ਼ੰਕਾ ਨਿਵਰਤ ਕਰਨ ਲਈ ਆਪ ਚਿਲੇ ਉੱਤੇ ਤੀਰ ਚੜਾਇਆ। ਔਰ ਮੰਨਣਾ ਇਤਿਹਾਸਕਾਰਾਂ ਦਾ ਲਿਖਣਾ ਕਿ ਉਹਨੂੰ ਚਿਲੇ ਵੀ 2 ਲੱਗੇ ਨੇ, ਇੱਕ ਨਹੀਂ। ਉਹਦੇ ਉੱਤੇ ਤੀਰ ਚੜਾ ਕੇ ਸਤਿਗੁਰੂ ਖਿੱਚਦੇ ਨੇ ਜਦੋਂ ਉਸ ਕਮਾਨ ਦੇ ਚਿਲੇ ਨੂੰ, ਤੇ ਉਹੀ ਅੱਲੇ ਜ਼ਖਮ ਫਿਰ ਉਧੜ ਜਾਂਦੇ ਨੇ। ਉਹ ਲਾਏ ਹੋਏ ਟਾਂਕੇ ਫਿਰ ਫਟ ਜਾਂਦੇ, ਲਹੂ ਸਰੀਰ ਵਿੱਚੋਂ ਫਿਰ ਸਿਮਦਾ। ਸ਼ਸਤਰ ਤੇ ਸਤਿਗੁਰੂ ਜੀ ਚਲਾ ਕੇ ਵਿਖਾਉਂਦੇ ਨੇ, ਪਰ ਉਦੋਂ ਅੱਗੇ ਕਰਤਾਰ ਦੀ ਰਜ਼ਾ, ਕਰਤਾਰ ਦਾ ਭਾਣਾ। ਜਿਵੇਂ ਸਾਹਿਬ ਜੀ ਨੂੰ ਆਇਆ ਹੁਕਮ, ਤਿਵੇਂ ਉਸ ਸਾਹਿਬ ਨੇ ਪ੍ਰਵਾਨਿਆ। ਤੇ ਉਹ ਸਾਹਿਬ ਜੀ ਨੇ ਹੁਕਮ ਨੂੰ ਪ੍ਰਵਾਨਦਿਆਂ ਹੋਇਆਂ ਜਿਹੜਾ ਕਾਰਜ ਸੀ ਉਹ ਪਹਿਲੋਂ ਸਿਰੇ ਕੀਤਾ, ਨਿਬੇੜਿਆ। ਗੁਰੂ ਕਲਗੀਧਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਨਾਲ ਲਾ ਕੇ ਮਾਲਕ ਨੇ ਆਪਣਾ ਸਮਾਂ ਨਜ਼ਦੀਕ ਪਛਾਣਦਿਆਂ ਸਤਿਗੁਰੂ ਜੀ ਜੋਤ ਸਮਾਉਂਦੇ ਨੇ। ਸੰਨ 1708 ਈਸਵੀ ਦੇ ਵਿੱਚ ਸਤਿਗੁਰੂ ਫਿਰ ਸਰੀਰਕ ਚੋਲੇ ਨੂੰ ਤਿਆਗਦਿਆਂ ਹੋਇਆਂ ਪ੍ਰਭੂ ਚਰਨਾਂ ਦੇ ਵਿੱਚ ਜਾ ਸਮਾਉਂਦੇ। ਔਰ ਅੱਜ ਦੇ ਪਾਵਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਆਖਰੇ, ਬਿਨ ਸਤਿਗੁਰ ਹਰ ਨਾਮ ਨਾ ਲੱਭਈ, ਲੱਖ ਕੋਟੀ ਕਰਮ ਕਮਾਓ। ਬਿਨ ਭਾਗਾ ਸਤਿਗੁਰ ਨਾ ਮਿਲੈ, ਘਰ ਬੈਠਿਆ ਨਿਕਟ ਨਿਤ ਬਾਸ। ਅੰਤਰ ਅਗਿਆਨ ਦੁਖ ਭਰਮ ਹੈ, ਵਿੱਚ ਪੜਦਾ ਦੂਰ ਪਈਆਸ। ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ, ਮਨ ਮੁਖ ਲੋਹ ਬੂਡਾ ਬੇੜੀ ਪਾਸ। ਬਿਨ ਭਾਗਾ ਸਤਿਗੁਰ ਨਾ ਮਿਲੈ, ਘਰ ਬੈਠਿਆਂ ਨਿਕਟ ਨਿਤ ਪਾਸ। ਗੁਰੂ ਕੋਲ ਆ ਕੇ ਬਹਿ ਜਾਣਾ, ਇਹ ਨਹੀਂ ਕਿ ਮੈਂ ਗੁਰੂ ਨਾਲ ਮਿਲਿਆ ਹੋਇਆ। ਹੋ ਸਕਦਾ ਗੁਰੂ ਕੋਲ ਬੈਠਾ ਵੀ ਮੈਂ ਗੁਰੂ ਕੇ ਮਿਲਾਪ ਤੋਂ ਸਖਣਾ ਹੋਵਾਂ। ਬਿਨ ਭਾਗਾ ਸਤਿਗੁਰ ਨਾ ਮਿਲੈ, ਘਰ ਬੈਠਿਆਂ ਨਿਕਟ ਨਿਤ ਪਾਸ। ਕਿਉਂਕਿ ਅੰਤਰ ਅਗਿਆਨ ਦੁਖ ਭਰਮ ਹੈ। ਜੇ ਗੁਰੂ ਦੇ ਕੋਲੇ ਬੈਠਿਆਂ ਵੀ ਅਗਿਆਨ ਤੇ ਭਰਮ ਹੈ ਨਾ, ਮੈਂ ਗੁਰੂ ਨਾਲ ਮਿਲਿਆ ਨਹੀਂ।
ਵਿੱਚ ਪਰਦਾ ਦੂਰ ਪਈ ਆਸ। ਉਹ ਜਿਹੜਾ ਅਗਿਆਨਤਾ ਦਾ ਭਰਮ ਦਾ ਪਰਦਾ ਹੈ ਉਹਨੇ ਰੋਜ਼ ਦੂਰੀ ਪਾ ਕੇ ਰੱਖੀ ਹੋਈ ਹੈ। ਮੈਂ ਕਿਉਂ ਗੁਰੂ ਕੋਲ ਆ ਕੇ ਨਾ ਬੈਠਾ ਰਵਾਂ, ਮੇਰੀ ਦੂਰੀ ਕਿਵੇਂ ਘਟ ਜਾਏਗੀ? ਪਰਦਾ ਤੇ ਉਦਾਂ ਹੀ ਲੈ ਕੇ ਬੈਠਾ, ਪਰਦਾ ਥੋੜੀ ਹਟਾਇਆ। ਗੱਲ ਤੇ ਪਰਦਾ ਹਟਾਉਣ ਤੇ ਹੈ। ਸਰੀਰ ਕਰਕੇ ਭਾਵੇਂ ਗੁਰੂ ਤੋਂ ਦੂਰ ਹੋਈਏ, ਚਿੱਤ ਕਰਕੇ ਜੇ ਗੁਰੂ ਚਰਨਾਂ ਵਿੱਚ ਆ ਤੇ ਗੁਰੂ ਕਾ ਮੇਲ ਹੈ, ਤੇ ਜੇ ਸਰੀਰ ਕਰਕੇ ਗੁਰੂ ਕੋਲ ਆ, ਮਨ ਵਿੱਚ ਅਗਿਆਨਤਾ ਤੇ ਭਰਮ ਦਾ ਪਰਦਾ ਹੈ, ਗੁਰੂ ਕਦੇ ਨਹੀਂ ਮਿਲਣਗੇ। ਫਿਰ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ, ਕਹਿੰਦੇ ਵੀ ਗੁਰੂ ਦੇ ਮਿਲਾਪ ਤੋਂ ਬਿਨਾ ਕਦੇ ਸੋਨਾ ਨਹੀਂ ਬਣ ਸਕਦੇ, ਮਤਲਬ ਸ਼ੁੱਧ ਨਹੀਂ ਹੋ ਸਕਦੇ। ਮਨਮੁਖ ਲੋਹ ਬੂਡਾ ਬੇੜੀ ਪਾਸ, ਮਨਮੁਖ ਤੇ ਇਉਂ ਹੈ ਲੋਹਾ ਰੂਪ, ਕਹਿੰਦੇ ਮਾਨੋ ਵੀ ਨਿਤਾ ਪ੍ਰਤੀ ਡੁੱਬ ਹੀ ਰਿਹਾ ਹੈ। ਸਤਿਗੁਰ ਬੋਹਿਥ ਹਰ ਨਾਵ ਹੈ, ਕਿਤ ਬਿਦ ਚੜਿਆ ਜਾਏ। ਸਤਿਗੁਰ ਕੈ ਭਾਣੈ ਜੋ ਚੱਲੈ, ਵਿੱਚ ਬੋਹਿਥ ਬੈਠਾ ਆਏ। ਧੰਨ ਧੰਨ ਵਡਭਾਗੀ ਨਾਨਕਾ, ਜਿਨ੍ਹਾਂ ਸਤਿਗੁਰ ਲਏ ਮਿਲਾਏ। ਸਤਿਗੁਰ ਬੋਹਿਥ ਹਰ ਨਾਵ ਹੈ। ਰੱਬ ਜੀ ਆਖਦੇ, ਕਹਿੰਦੇ ਵੀ ਗੁਰੂ ਜਿਹੜਾ ਇਹ ਜਹਾਜ਼ ਹੈ, ਕਿਤ ਬਿਦ ਚੜਿਆ ਜਾਏ, ਪਰ ਪਾਰ ਤਾਂ ਲੰਘਾਂਗੇ ਜੇ ਇਹਦੇ ਉੱਤੇ ਚੜਾਂਗੇ। ਤੇ ਕਹਿੰਦੇ ਚੜਿਆ ਕਿਵੇਂ ਜਾਏ? ਫਿਰ ਚੜਨ ਦੇ ਲਈ ਕਹਿੰਦੇ ਸਤਿਗੁਰ ਕੈ ਭਾਣੈ ਜੋ ਚੱਲੈ, ਵਿੱਚ ਬੋਹਿਥ ਬੈਠਾ ਆਏ। ਜਿਹੜਾ ਗੁਰੂ ਕੀ ਰਜ਼ਾ ਵਿੱਚ ਚੱਲ ਪੈਂਦਾ, ਭਾਣੇ ਵਿੱਚ ਚੱਲ ਪੈਂਦਾ, ਮਾਨੋ ਉਹ ਬੋਹਿਥ ਵਿੱਚ ਅਸਵਾਰ ਹੋ ਜਾਂਦਾ ਹੈ। ਧੰਨ ਧੰਨ ਵਡਭਾਗੀ ਨਾਨਕਾ, ਇਹ ਨਾਨਕ ਜੀ ਇਹ ਬਾਤ ਆਖੋ, ਉਹਨੇ ਧੰਨ ਵੱਡਿਆਂ ਭਾਗਾਂ ਵਾਲੇ ਨੇ, ਜਿਨ੍ਹਾਂ ਸਤਿਗੁਰ ਲਏ ਮਿਲਾਏ, ਜਿਨ੍ਹਾਂ ਨੂੰ ਗੁਰੂ ਆਪ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਂਦਾ ਹੈ। ਤੇ ਸਾਹਿਬ ਅੱਗੇ ਨਿਤਾ ਪ੍ਰਤੀ ਅਸੀਂ ਵੀ ਇਹ ਆਖਦੇ ਰਹੀਏ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਕਿਤੇ ਸਤਿਗੁਰੂ ਰਹਿਮਤ ਕਰਨ, ਅਸੀਂ ਵੀ ਆਪਣੇ ਜੀਵਨਾਂ ਵਿੱਚ ਗੁਰੂ ਕੀ ਕਿਰਪਾ ਦੇ ਪਾਤਰ ਬਣ ਜਾਈਏ। ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਸਤਿਗੁਰ ਕੈ ਭਾਣੈ ਜੋ ਚੱਲੈ, ਵਿੱਚ ਬੋਹਿਤ ਬੈਠਾ ਆਏ। ਧੰਨ ਧੰਨ ਵਡਭਾਗੀ ਨਾਨਕਾ, ਜਿਨ੍ਹਾਂ ਸਤਿਗੁਰ ਲਏ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।